ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਰਦਾਨੇ ਸੋ ਗਿਰਾ ਅਲਾਈ, ਕੀਓ ਜਾਦ ਭਗਨੀ ਮੂਜ ਤਾਈ। ਚੱਲ ਸੁਲਤਾਨਪੁਰੇ ਸੁਧ ਲੀਜੈ, ਬੇਬੇ ਜੀ ਕੀ ਖੁਸ਼ੀ ਕਰੀਜੈ। ਮਰਦਾਨੇ ਸੋ ਗਿਰਾ ਅਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ਾਂ ਕਰ ਰਹੇ ਨੇ। ਇਸ ਕਲਯੁਗ ਦੇ ਸਮੇਂ ਦੇ ਵਿੱਚ ਸਾਡੇ ਕਲਯੁਗੀ ਜੀਵਾਂ ਦੇ ਲਈ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਚਾਹਾਂ ਯੁੱਗਾਂ ਕਾ ਹੁਣ ਨਿਬੇੜਾ, 4 ਯੁੱਗਾਂ ਦਾ ਫੈਸਲਾ ਹੋਣਾ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ, ਜੀਵਨ ਦੀ ਸਫਲਤਾ ਲਈ ਮੇਰੇ ਸਤਿਗੁਰੂ ਪਾਤਸ਼ਾਹ ਜੀ ਮਹਾਨ ਬਖਸ਼ਿਸ਼ ਕਰਦੇ ਹੋਏ ਸੋ ਇਸ ਪ੍ਰਕਾਰ ਵਿਚਰ ਕਰਕੇ ਜਗ੍ਹਾ ਜਗ੍ਹਾ 'ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਸਿੱਖੀ ਦਾ ਉਪਦੇਸ਼ ਬਖਸ਼ ਕਰਕੇ ਜੀਵਾਂ ਨੂੰ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦਾ ਸਿਮਰਨ, ਵਾਹਿਗੁਰੂ ਪਰਮੇਸ਼ਵਰ ਦਾ ਕੀਰਤਨ, ਮਾਲਕ ਵਾਹਿਗੁਰੂ ਪਰਮੇਸ਼ਵਰ ਜੀ ਦੀ ਪਵਿੱਤਰ ਭਗਤੀ ਦੇ ਵਿੱਚ ਮੇਰੇ ਸਤਿਗੁਰੂ ਪਾਤਸ਼ਾਹ ਨੇ ਜੋੜ ਕਰਕੇ ਜੀਵਾਂ ਨੂੰ ਸੋ ਮੁਕਤੀ ਦਾ ਮਾਰਗ ਜਿਹੜਾ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਿਖਾਇਆ ਹੈ। ਤੋ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਬਖਸ਼ਿਸ਼ ਕੀਤੀ ਹੈ। ਬਖਸ਼ਿਸ਼ ਕਰਕੇ ਸੱਚਖੰਡ ਦੀ ਵਾਪਸੀ ਤੋਂ ਮੇਰੇ ਸਤਿਗੁਰੂ ਜੀ ਅਨੇਕ ਥਾਵਾਂ ਤੋਂ ਵਿਚਰਦੇ ਹੋਏ ਬਖਸ਼ਿਸ਼ ਕਰਕੇ ਰਹਿਮਤ ਕੀਤੀ। ਆਪ ਜੀ ਜੰਮੂ ਆਏ ਸਨ, ਉੱਥੇ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਉਸ ਤੋਂ ਬਾਅਦ
ਵਣਜਾਰਿਆਂ ਦੇ ਦੇਸ਼ ਵਿੱਚ ਇਲਾਕੇ ਵਿੱਚ ਜਾ ਕਰਕੇ ਉਹਨਾਂ ਦੇ ਤਾਂ ਹੀ ਸ਼ੁਭ ਉਪਦੇਸ਼ ਦੀ ਦਾਤ ਬਖਸ਼ੀ। ਤੇ ਇਸ ਤੋਂ ਉਪਰੰਤ ਮੇਰੇ ਸਤਿਗੁਰੂ ਪਾਤਸ਼ਾਹ ਜੀ ਲਾਹੌਰ ਵਿੱਚ ਆਏ ਨੇ। ਇੱਥੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਗੁਰਮਤਿ ਦਾ ਸਿਧਾਂਤ ਪ੍ਰੈਕਟੀਕਲ ਰੂਪ ਵਿੱਚ ਪ੍ਰਗਟਾਇਆ ਹੈ ਕਿ ਜਿਹੜੇ ਸਾਡੇ ਬਜ਼ੁਰਗ ਸੋ ਪਿਤਰ ਹੋ ਕਰਕੇ ਪ੍ਰਲੋਕ ਵਿੱਚ ਗਏ ਹੁੰਦੇ, ਸੋ ਵੈਦਿਕ ਧਰਮ ਅਨੁਸਾਰ ਕਿ ਉਹਨਾਂ ਪਿਤਰਾਂ ਦੇ ਨਿਮਿਤ ਸ਼ਰਾਧ ਜ਼ਰੂਰ ਕਰੋ। ਉਸ ਪ੍ਰਕਾਰ ਸ਼ਰਾਧਾਂ ਦੇ ਦਿਨਾਂ ਦੇ ਵਿੱਚ ਜਿਹੜੀ ਥਿੱਤ ਵਿੱਚ ਸੋ ਇਸ ਪ੍ਰਕਾਰ ਚੜ੍ਹਾਈ ਕੀਤੀ ਹੈ ਪ੍ਰਾਣੀ ਨੇ, ਉਸੇ ਥਿੱਤ ਦੇ ਵਿੱਚ ਕਹਿੰਦੇ ਨੇ ਭਾਈ ਤੁਸੀਂ ਸ਼ਰਾਧ ਕਰੋ। ਤਾਂ ਉਸ ਪ੍ਰਕਾਰ ਪੰਡਤਾਂ ਲੋਕਾਂ ਨੂੰ ਬ੍ਰਹਮ ਭੋਜ ਕਰਾਓ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਉਹਨਾਂ ਦਾ ਕਲਿਆਣ ਹੁੰਦਾ, ਅੱਗੇ ਸੁੱਖ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇੱਥੇ ਦੁਨੀ ਚੰਦ ਸ਼ਾਹੂਕਾਰ ਸ਼ਰਾਧ ਕਰਾ ਰਿਹਾ ਸੀ। ਗੁਰੂ ਪਾਤਸ਼ਾਹ ਪਹੁੰਚੇ ਨੇ, ਘਰ ਲੈ ਕੇ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ। ਸੋ ਇਸ ਨੇ ਸ਼ਰਾਧ ਕੀਤਾ, ਬਹੁਤ ਬ੍ਰਾਹਮਣਾਂ ਨੂੰ ਬ੍ਰਹਮ ਭੋਜ ਛਕਾ ਕਰਕੇ ਇਸ ਤਰੀਕੇ ਦੇ ਨਾਲ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਭੋਜਨ ਛਕਾਇਆ। ਤੇ ਇਸ ਤੋਂ ਉਪਰੰਤ ਗੁਰੂ ਸਾਹਿਬ ਕੋਲ ਬੈਠਾ, ਜਦੋਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਮਝਾਇਆ, ਕਹਿੰਦੇ ਵੀ ਤੂੰ ਭੋਜਨ ਕਿਸ ਸੰਬੰਧ ਵਿੱਚ ਕੀਤਾ? ਕਹਿੰਦਾ ਜੀ ਆਪਣੇ ਪਿਤਾ ਜੀ ਦਾ ਸ਼ਰਾਧ ਕੀਤਾ। ਮਹਾਰਾਜ ਕਹਿੰਦੇ ਨੇ ਤੇਰੇ ਪਿਤਾ ਜੀ ਨੂੰ ਪਹੁੰਚਾ? ਕਹਿੰਦਾ ਮਹਾਰਾਜ ਇਹ ਤੇ ਪਤਾ ਨਹੀਂ, ਇਹ ਤੇ ਆਪ ਜੀ ਜਾਣੋ। ਮਹਾਰਾਜ ਕਹਿੰਦੇ ਭਾਈ ਸੋ ਇਸ ਪ੍ਰਕਾਰ ਤੇਰਾ ਪਿਤਾ ਤੇ ਬਘਿਆੜ ਹੈ, ਬਘਿਆੜ ਦੀ ਜੂਨ ਵਿੱਚ ਹੈ, ਤੇ ਇਸ ਤਰੀਕੇ ਦੇ ਨਾਲ ਉਹ ਝਾੜੀਆਂ ਦੇ ਓਹਲੇ 3 ਦਿਨਾਂ ਦਾ ਭੁੱਖਾ ਬੈਠਾ ਹੈ। ਗੁਰੂ ਸਾਹਿਬ ਨੇ ਬਚਨ ਕੀਤਾ ਗਿਆ, ਉਸ ਦਾ ਕਲਿਆਣ ਕੀਤਾ। ਗੁਰੂ ਦੇ ਚਰਨਾਂ ਵਿੱਚ ਆਣ ਕਰਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੈਨੂੰ ਸ਼ੁਭ ਉਪਦੇਸ਼ ਬਖਸ਼ੋ। ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਪ੍ਰੇਰਨਾ ਕੀਤੀ। ਕਹਿਣ ਲੱਗੇ ਸਾਡੀ ਆ ਸੂਈ ਹੈ, ਇਹ ਸੂਈ ਜਿਹੜੀ ਹੈ ਇਹ ਸੰਭਾਲ ਕੇ ਰੱਖ, ਪ੍ਰਲੋਕ ਵਿੱਚ ਤੇਰੇ ਕੋਲੋਂ ਲਵਾਂਗੇ। ਜਦੋਂ ਘਰ ਵਿੱਚ ਗਿਆ, ਘਰ ਵਾਲੀ ਧਰਮ ਪਤਨੀ ਨੂੰ ਜਾ ਕਰਕੇ ਜਿਸ ਨੇ ਕਿਹਾ ਵੀ ਇਹਨੂੰ ਸੰਭਾਲ ਕੇ ਰੱਖ, ਗੁਰੂ ਸਾਹਿਬ ਪ੍ਰਲੋਕ 'ਚ ਲੈਣਗੇ। ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਉਸ ਭਾਗਵਾਨ ਨੇ ਕਿਹਾ ਵੀ ਨਾਲ ਤਾਂ ਸਰੀਰ ਵੀ ਨਹੀਂ ਜਾਣਾ ਤੇ ਸੂਈ ਕਿੱਦਾਂ ਲੈ ਕੇ ਜਾਵੇਂਗਾ। ਗੁਰੂ ਸਾਹਿਬ ਦੇ ਕੋਲ ਵਾਪਸ ਆਇਆ। ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਸੋ ਜਾਣਿਆ ਕਿ ਹੁਣ ਅਧਿਕਾਰੀ ਬਣ ਗਿਆ ਉਪਦੇਸ਼ ਲੈਣ ਦਾ, ਸ਼ਾਹੂਕਾਰ ਬੰਦਾ ਸੀ। ਗੁਰੂ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਇਸ ਪ੍ਰਾਣੀ ਦੇ 3 ਮਿੱਤਰ ਨੇ, ਇੱਕ ਧਨ ਹੈ, ਇੱਕ ਜਿਹੜਾ ਇਸ ਪ੍ਰਕਾਰ ਸੰਬੰਧੀ ਨੇ, ਤੇ ਤੀਸਰਾ ਬੰਦੇ ਦੇ ਕਰਮ ਨੇ। ਜਿਹੜਾ ਧਨ ਹੈ ਇਹ ਜਦੋਂ ਤੱਕ ਸਰੀਰ ਵਿੱਚ ਪ੍ਰਾਣ ਹੈ ਉਦੋਂ ਤੱਕ ਹੀ ਇਹ ਜੀਵਨ ਦਾ ਸਾਥ ਦਿੰਦੇ ਨੇ। ਬੰਦਾ ਆਪਣੇ ਸਰੀਰ ਵਾਸਤੇ, ਇਸ ਸੁੱਖ ਵਾਸਤੇ ਇਸ ਨੂੰ ਵਰਤ ਸਕਦਾ ਹੈ। ਬਾਕੀ ਜਿਹੜੇ ਸੰਬੰਧੀ ਨੇ ਇਹ ਕਹਿੰਦੇ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੇ ਸ਼ਮਸ਼ਾਨ ਭੂਮਿਕਾ ਤੱਕ ਹੀ ਇਸ ਦਾ ਸੰਬੰਧੀਆਂ ਦਾ ਸੰਬੰਧ ਹੁੰਦਾ ਹੈ। ਤੀਸਰਾ ਜਿਹੜਾ ਕਰਮ ਹੈ ਇਹ ਜੀਵ ਦੇ ਮਿੱਤਰ ਹਨ, ਚੰਗੇ ਤੇ ਮਾੜੇ ਪ੍ਰਲੋਕ ਤੱਕ ਨਾਲ ਜਾਂਦੇ ਹਨ। ਇਸ ਵਾਸਤੇ ਸੋ ਮਾੜੇ ਕਰਮਾਂ ਦਾ ਫਲ ਜਿਹੜਾ ਹੈ ਇਸ ਪ੍ਰਕਾਰ ਦੁੱਖ ਹੁੰਦਾ ਹੈ, ਪੁੰਨ ਕਰਮਾਂ ਦਾ ਫਲ ਸੁੱਖ ਹੁੰਦਾ ਹੈ। ਇਉਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ। ਇਸ ਨੂੰ ਸੱਚੇ ਨਾਮ ਦੇ ਸਿਮਰਨ ਵਿੱਚ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਪਰਮੇਸ਼ਵਰ ਦੀ ਭਗਤੀ ਵਿੱਚ ਲਾਇਆ ਹੈ। ਸਤ ਸੰਗਤ ਦਾ ਪ੍ਰਵਾਹ ਤੋਰਿਆ ਇੱਥੇ। ਇਉਂ ਮੇਰੇ ਸਤਿਗੁਰੂ ਬਖਸ਼ਿਸ਼ ਕੀਤੀ ਹੈ। ਤੇ ਹਜੂਰ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਮਰਦਾਨਾ ਵੀ ਚਲੋ ਹੁਣ ਚੱਲੀਏ। ਬੇਬੇ ਜੀ ਯਾਦ ਕਰ ਰਹੇ ਨੇ ਤੇ ਉਹਨਾਂ ਨਾਲ ਅਸੀਂ ਬਚਨ ਕੀਤਾ ਹੋਇਆ ਵੀ ਜਦੋਂ ਵੀ ਯਾਦ ਕਰੋਗੇ ਅਸੀਂ ਜ਼ਰੂਰ ਆਵਾਂਗੇ। ਤਾਂ ਭੈਣ ਬੇਬੇ ਨਾਨਕੀ ਜੀ ਯਾਦ ਕਰ ਰਹੇ ਨੇ, ਉਹਨਾਂ ਪਾਸ ਚੱਲੀਏ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਲਾਹੌਰ ਤੋਂ ਸੋ ਇਸ ਪ੍ਰਕਾਰ ਬਖਸ਼ਿਸ਼ਾਂ ਕਰਕੇ ਆਪ ਜੀ ਜਿਸ ਤਰ੍ਹਾਂ ਸੁਲਤਾਨਪੁਰ ਸਾਹਿਬ ਪਹੁੰਚਦੇ ਹਨ, ਸੋ ਕਵੀ ਜੀ ਪ੍ਰਸੰਗ ਨੂੰ ਬਿਆਨ ਕਰ ਰਹੇ ਨੇ। ਆਓ ਪਿਆਰ ਪੂਰਵਕ ਸਰਵਣ ਕਰੀਏ। ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਮਰਦਾਨੇ ਸੋ ਗਿਰਾ ਅਲਾਈ। ਧੰਨ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਭਾਈ ਮਰਦਾਨਾ ਜੀ ਨੂੰ ਇਸ ਤਰੀਕੇ ਨਾਲ ਬਚਨ ਕੀਤੇ ਹਨ। ਕੀਓ ਯਾਦ ਭਗਨੀ ਮੁਝ ਤਾਈ। ਮਰਦਾਨਾ ਭੈਣ ਜੀ ਨੇ ਯਾਦ ਕੀਤਾ ਹੈ ਸਾਨੂੰ। ਚੱਲ ਸੁਲਤਾਨਪੁਰੇ ਸੁਧ ਲੀਜੈ। ਚਲੋ ਸੁਲਤਾਨਪੁਰ ਸਾਹਿਬ ਪਹੁੰਚ ਕਰਕੇ ਸੋ ਉਹਨਾਂ ਦੀ ਖਬਰ ਲਈਏ। ਭੈਣ ਜੀ ਨੇ ਯਾਦ ਕੀਤਾ ਹੈ। ਬੇਬੇ ਜੀ ਕੋ ਖੁਸ਼ੀ ਕਰੀਜੈ। ਤਾਂ ਆਪਣੇ ਵੱਡੇ ਭੈਣ ਜੀ ਹਨ, ਸੋ ਉਹਨਾਂ ਨੂੰ ਖੁਸ਼ ਕਰਨਾ ਹੈ। ਯਾਦ ਕੀਤਾ ਹੈ, ਦਰਸ਼ਨ ਕਰੀਏ ਚੱਲ ਕੇ। ਅਸ ਕਹਿ ਗਮਨੇ ਇੱਕ ਛਿਨ ਮਾਹੀ। ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਤਿਗੁਰੂ ਜੀ ਇੱਕ ਛਿਨ ਵਿੱਚ ਹੀ ਉੱਥੇ ਜਾ ਪਹੁੰਚੇ ਹਨ। ਪਹੁੰਚਤ ਭੇ ਪੁਰ ਹੁਤੋ ਜਾਹਾਹੀ। ਜਿੱਥੇ ਇਹ ਪੁਰੀ ਹੈ ਸੁਲਤਾਨਪੁਰ ਸਾਹਿਬ,
ਗੁਰੂ ਸਾਹਿਬ ਜੀ ਉੱਥੇ ਪਹੁੰਚ ਗਏ। ਸਦਨ ਸੁਸਾ ਕੇ ਪਰਵੇਸੇ ਜਬ ਹੀ, ਭੈਣ ਜੀ ਦੇ ਘਰ ਵਿੱਚ ਜਦੋਂ ਪ੍ਰਵੇਸ਼ ਕੀਤਾ ਸਤਿਗੁਰਾਂ ਨੇ, ਹਰਖ ਭਰੀ ਤੂਰਨ ਉਠ ਤਬ ਹੀ, ਬਹੁਤ ਖੁਸ਼ ਹੋ ਕਰਕੇ ਭੈਣ ਜੀ ਉੱਠੇ ਹਨ। ਕਰਨ ਬੰਦਨਾ ਪਗ ਪਰ ਧਾਈ, ਤੋ ਭੱਜ ਕਰਕੇ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਰ ਰੂਪ ਜਾਣ ਕੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਅੱਗੇ ਹੋਏ ਹਨ। ਲੋਚਨ ਤੇ ਜਲ ਧਾਰ ਬਹਾਈ, ਤੇ ਇਹ ਪ੍ਰੇਮ ਦਾ ਜਲ ਨੇਤਰਾਂ ਵਿੱਚੋਂ ਚੱਲਿਆ ਹੈ। ਇਤਨੇ ਲੰਬੇ ਸਮੇਂ ਦਾ ਵਿਛੋੜਾ ਜਿਹੜਾ ਹੈ ਉਸ ਨੂੰ ਯਾਦ ਕਰਕੇ ਕਰ ਪਰ ਲੈ ਸਿਰ ਕਹਿ ਹਿਤ ਬੈਨਾ, ਮੇਰੇ ਸਤਿਗੁਰੂ ਪਾਤਸ਼ਾਹ ਨੇ ਹੱਥਾਂ ਤੇ ਬੇਬੇ ਜੀ ਦਾ ਸੀਸ ਲੈ ਲਿਆ ਹੈ। ਬੜੇ ਪ੍ਰੇਮ ਦੇ ਬਚਨ ਕੀਤੇ ਹਨ। ਬੈਸ ਗਏ ਮੰਚ ਪਰ ਗੁਣ ਐਨਾ, ਗੁਣਾਂ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਸੁੰਦਰ ਪਲੰਘੇ ਤੇ ਬੈਠ ਗਏ ਹਨ। ਦੇਹ ਛਿਨ ਚੱਲ ਜੈ ਰਾਮ ਤਹ ਆਵਾ, ਇੰਨੇ ਸਮੇਂ ਨੂੰ ਸੋ ਇਸ ਪ੍ਰਕਾਰ ਜੈ ਰਾਮ ਜੀ ਵੀ ਚੱਲ ਕੇ ਆ ਗਏ ਹਨ। ਦਰਸ ਬਲੋਕਤ ਉਰ ਹਰ ਖਾਵਾ, ਗੁਰੂ ਪਾਤਸ਼ਾਹ ਜੀ ਦਾ ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ। ਕਰ ਬੰਧਨ ਬੈਸਿਓ ਕਰ ਪ੍ਰੇਮਾ, ਤੋ ਨਮਸਕਾਰ ਕਰਕੇ ਬੜੇ ਪ੍ਰੇਮ ਦੇ ਸਹਿਤ ਸਤਿਗੁਰਾਂ ਦੇ ਕੋਲ ਬੈਠਾ ਹੈ। ਬੂਝ ਪਰਸ ਪਰ ਕੁਛ ਲੰਖੇਮਾ, ਤੋ ਆਪੋ ਵਿੱਚ ਮਿਲ ਕਰਕੇ ਸੁਖ ਸ਼ਾਂਤ ਪੁੱਛੀ ਹੈ। ਬਹੁਤ ਬਰਖ ਬੀਤੇ ਬਿਨ ਦਰਸ਼ਨ, ਤੇ ਬੇਨਤੀ ਕੀਤੀ ਮਹਾਰਾਜ ਬਹੁਤ ਸਾਲ ਗੁਜ਼ਰ ਗਏ ਹਨ ਤੁਹਾਡੇ ਦਰਸ਼ਨ ਕੀਤੇ ਬਿਨਾ। ਕਿਉ ਕਹਿ ਭਗਨੀ ਗੇਰਤ ਆਸੁਨ, ਕਿਉਂ ਬੇਬੇ ਜੀ ਇਸ ਪ੍ਰਕਾਰ ਨੇਤਰਾਂ ਵਿੱਚ ਜਲ ਭਰ ਆਇਆ ਹੈ। ਇਹ ਪ੍ਰੇਮ ਦਾ ਪ੍ਰਵਾਹ ਹੈ। ਹਮੇ ਵਿਸਾਰ ਦਿਓ ਨਿਜ ਮਨ ਤੇ ਬੇਨਤੀ ਕੀਤੀ ਕਿ ਭਰਾਤਾ ਜੀ ਤੁਸਾਂ ਨੇ ਸਾਨੂੰ ਮਨ ਤੋਂ ਹੀ ਭੁਲਾ ਦਿੱਤਾ ਹੈ। ਇੰਨਾ ਲੰਬਾ ਵਿਛੋੜਾ ਦਿੱਤਾ ਹੈ ਸਾਨੂੰ। ਹਰਖ ਹੋਤ ਰਾਵਰ ਦਰਸ਼ਨ ਤੇ, ਕਿਉਂਕਿ ਆਪ ਜੀ ਦੇ ਦਰਸ਼ਨ ਕਰਕੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ। ਹਾਥ ਬੰਦ ਬੋਲਿਓ ਜੈ ਰਾਮਾ, ਜੈ ਰਾਮ ਜੀ ਹੱਥ ਜੋੜ ਕੇ ਬੇਨਤੀ ਕਰਦਾ ਹੈ ਸਤਿਗੁਰਾਂ ਨੂੰ। ਕਰਨਾ ਕਰਹੁ ਰਹੋ ਅਬ ਧਾਮਾ, ਤੇ ਬੇਨਤੀ ਕੀਤੀ ਹੁਣ ਮਿਹਰ ਕਰੋ ਤੁਸੀਂ, ਹੁਣ ਮਹਾਰਾਜ ਘਰ ਵਿੱਚ ਟਿਕ ਜਾਓ ਤੁਸੀਂ। ਵੈਸੇ ਸਿਮਰਹੁ ਸਦਾ ਗੋਬਿੰਦੰ, ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਘਰ ਵਿੱਚ ਬੈਠ ਕੇ ਹੀ ਸਿਮਰਨ ਕਰੋ ਤੁਸੀਂ। ਹਮਕੋ ਦੇਵਤ ਰਹੋ ਆਨੰਦੰ, ਤੇ ਸਾਨੂੰ ਘਰ ਵਿੱਚ ਵਸ ਕੇ ਟਿਕ ਕੇ ਦਰਸ਼ਨ ਬਖਸ਼ ਕਰਕੇ ਆਨੰਦ ਬਖਸ਼ਦੇ ਰਹੋ। ਮਹਾਰਾਜ ਕਿਰਪਾ ਕਰੋ। ਸ੍ਰੀ ਚੰਦ ਬਾਹਰ ਤਾਂ ਆਇਓ, ਤੋ ਇਸ ਪ੍ਰਕਾਰ ਸ੍ਰੀ ਚੰਦ ਜੀ ਬਾਲਕ ਬਾਹਰ ਖੇਡਦੇ ਸਨ, ਆਏ ਹਨ ਚੱਲ ਕੇ। ਨਮਸਕਾਰ ਕਰ ਉਰ ਹਰ ਖਾਇਓ, ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਕੇ ਬਹੁਤ ਖੁਸ਼ ਹੋਇਆ ਹੈ। ਵੈਸੇ ਮਿਲ ਕੇ ਸਰਬ ਸਮੀਪਾ, ਇਸ ਤਰੀਕੇ ਨਾਲ ਮਿਲ ਕਰਕੇ ਸਾਰੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਗਏ ਹਨ। ਬਚਨ ਭਨੇ ਬੇਦੀ ਕੁਲ ਦੀਪਾ, ਬੇਦੀ ਕੁਲ ਦੇ ਪ੍ਰਕਾਸ਼ਕ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕਰਕੇ ਬਚਨ ਕੀਤੇ। ਦੇਸ ਵਿਦੇਸਨ ਦੇਖਨ ਹੇਤਾ, ਹਜੂਰ ਕਹਿੰਦੇ ਨੇ ਭਈ ਦੇਸਾਂ ਪ੍ਰਦੇਸ਼ਾਂ ਨੂੰ ਵੇਖਣ ਵਾਸਤੇ ਜਾਂ ਤੇ ਰਹਿਓ ਨਾ ਜਾਤ ਨਿਕੇਤਾ, ਇਸ ਪ੍ਰਕਾਰ ਜੈ ਰਾਮ ਜੀ ਸਾਡੇ ਕੋਲ ਘਰ 'ਚ ਟਿਕਿਆ ਨਹੀਂ ਜਾਂਦਾ, ਕਿਉਂਕਿ ਅਸੀਂ ਦੇਸਾਂ ਪ੍ਰਦੇਸ਼ਾਂ ਨੂੰ ਦੇਖਣਾ ਹੈ। ਤੋ ਦੇਖਣ ਦੇ ਵਿੱਚ ਇਹ ਭਾਵਨਾ ਹੁੰਦੀ ਹੈ ਜਿਸ ਤਰ੍ਹਾਂ ਕਿਸਾਨ ਆਪਣੀ ਖੇਤੀ ਬੀਜਦਾ ਹੈ ਤੇ ਇਸ ਪ੍ਰਕਾਰ ਕਹਿੰਦਾ ਕਰ ਵੀ ਮੈਂ ਹੁਣ ਖੇਤੀ ਦੇਖਣ ਚੱਲਿਆ, ਖੇਤ ਦੇਖ ਆਵਾਂ। ਭਾਵ ਹੁੰਦਾ ਸੰਭਾਲਣ ਤੋਂ। ਤੋ ਸਤਿਗੁਰੂ ਪਾਤਸ਼ਾਹ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰ ਕਰਕੇ ਜੀਵਾਂ ਦੀ ਸੰਭਾਲ ਕਰਕੇ ਤੋ ਇਸ ਮਾੜੇ ਪਾਸੇ ਤੋਂ ਹਟਾ ਕੇ ਪਰਮੇਸ਼ਵਰ ਦੀ ਭਗਤੀ ਵਿੱਚ ਜੋੜਨ ਵਾਸਤੇ ਕਹਿੰਦੇ ਅਜੇ ਸਮਾਂ ਹੈ, ਇਸ ਲਈ ਵਿਚਰਨਾ ਹੈ। ਜਬ ਸਿਮਰਨ ਕਰ ਹੋ ਤੁਮ ਮੇਰਾ, ਤੇ ਤੁਹਾਡੇ ਨਾਲ ਬਚਨ ਹੈ ਕਿ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਤਬ ਸਮੀਪ ਆਵੂੰ ਬਿਨ ਦੇਰਾ, ਫਿਰ ਅਸੀਂ ਦੇਰ ਨਹੀਂ ਲਾਵਾਂਗੇ, ਝੱਟ ਤੁਹਾਡੇ ਕੋਲ ਪਹੁੰਚ ਜਾਵਾਂਗੇ, ਦਰਸ਼ਨ ਤੁਹਾਡੇ ਕਰਾਂਗੇ ਆਣ ਕੇ। ਬਹੁ ਪ੍ਰਕਾਰ ਦੇ ਧੀਰਜ ਸਭ ਹੀ, ਬਹੁਤ ਤਰੀਕਿਆਂ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਧੀਰਜ ਦਿੱਤਾ, ਹੌਸਲਾ ਦਿੱਤਾ। ਰੈਨ ਬਸੇਰਾ ਕੀਏ ਤੇ ਜਬ ਹੀ, ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਰਾਤ ਉੱਥੇ ਵਾਸਾ ਕੀਤਾ ਬੇਬੇ ਜੀ ਦੇ ਘਰ ਵਿੱਚ। ਹੋਰ ਹੋਤ ਮਿਲ ਕੇ ਸਭ ਸਾਥਾ, ਸਵੇਰ ਹੋਈ ਹੈ ਤੇ ਸਭ ਦੇ ਨਾਲ ਮਿਲ ਕਰਕੇ ਗਮਨ ਕਰਿਓ ਬੇਦੀ ਕੁਲ ਨਾਥਾ, ਬੇਦੀ ਕੁਲ ਦੇ ਸਵਾਮੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੋਂ ਚੱਲਣਾ ਕੀਤਾ, ਚੱਲੇ ਹਨ। ਪੂਰਨ ਮਾਤ ਪਿਤਾ ਕੀ ਚਾਹੂ, ਤੋ ਇਸ ਪ੍ਰਕਾਰ ਉਧਰ ਮਾਤਾ ਪਿਤਾ ਜੀ ਦੀ ਇੱਛਾ ਵੀ ਪੂਰੀ ਕਰਨੀ ਹੈ। ਇਸ ਵਾਸਤੇ ਸੁਲਤਾਨਪੁਰ ਸਾਹਿਬ ਤੋਂ
ਨਨਕਾਣਾ ਸਾਹਿਬ ਨੂੰ ਚੱਲ ਪਏ ਹਨ। ਤਲਵੰਡੀ ਪਹੁੰਚੇ ਦੁਖ ਦਾਹੂ, ਦੁੱਖਾਂ ਨੂੰ ਸਾੜਨ ਵਾਲੇ, ਦੂਰ ਕਰਨ ਵਾਲੇ ਸਤਿਗੁਰੂ ਰਾਏ ਭੋਇੰ ਦੀ ਤਲਵੰਡੀ ਨਨਕਾਣਾ ਸਾਹਿਬ ਪਹੁੰਚੇ ਹਨ। ਦੋਏ ਕੋਸ ਪਰ ਕੂਪ ਜੋ ਨੀਕਾ, ਤੇ ਇਸ ਪ੍ਰਕਾਰ ਨਗਰੀ ਤੋਂ 2 ਕੋਹਾਂ ਦੀ ਵਿੱਥ ਤੇ ਦੂਰੀ ਤੇ ਜੋ ਖੂਹ ਸੀ, ਛਾਇਆ ਸਗਨ ਜਹਾਂ ਰਮਣੀਕਾ, ਬੜੀ ਸੁੰਦਰ ਕਹਿੰਦੇ ਨੇ ਰੌਣਕ ਵਾਲੀ ਸੋਹਣੀ ਛਾਂ ਸੀ ਉਸ ਖੂਹ ਦੇ ਉੱਤੇ। ਬੈਠ ਗਏ ਜਬ ਗੁਰ ਤਿਹ ਥਾਈ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ, ਭਾਈ ਬਾਲਾ ਜੀ ਦੇ ਪਿਤਾ ਤੇਜਭਾਨ ਦਾ ਖੂਹ ਸੀ ਇਹ, ਉੱਥੇ ਜਾ ਕੇ ਬੈਠੇ ਹਨ। ਦਵੈ ਘਟਕਾ ਜਬ ਦੀਨ ਬਿਤਾਈ, 2 ਘੜੀਆਂ ਦਾ ਸਮਾਂ ਉੱਥੇ ਬੈਠ ਕੇ ਜਦੋਂ ਗੁਜ਼ਾਰਿਆ ਤਾਂ ਹਾਥ ਬੰਦ ਬੋਲਿਓ ਮਰਦਾਨਾ, ਮਰਦਾਨੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਚਰਨਾਂ ਵਿੱਚ, ਮੁਝ ਕੋ ਆਗਿਆ ਕਰੋ ਬਖਾਨਾ, ਗਰੀਬ ਬਨਵਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੈਨੂੰ ਆਗਿਆ ਦਿਓ। ਨਿਜ ਕੁਟੰਬ ਲਿਆ ਮੁਹ ਸੁਧ ਅਬ ਹੀ, ਮਹਾਰਾਜ ਮੈਂ ਜਾ ਕੇ ਆਪਣੇ ਪਰਿਵਾਰ ਦੀ ਖਬਰ ਲੈ ਆਵਾਂ, ਆਗਿਆ ਦਿਓ ਮੈਨੂੰ। ਭਏ ਮਿਰਤਕ ਕੈ ਜੀਵਤ ਸਭ ਹੀ, ਜਾ ਕੇ ਵੇਖ ਲਵਾਂ ਮਰ ਗਏ ਕਿ ਜਿਉਂਦੇ ਆ, ਮਹਾਰਾਜ ਬੇਨਤੀ ਕਰਦਾ ਹੈ। ਬਹੁਤ ਬਰਖ ਮਹਿ ਨਿਜ ਪੁਰ ਆਏ, ਕਿਉਂਕਿ ਮਹਾਰਾਜ ਕਈ ਸਾਲਾਂ ਤੋਂ ਬਾਅਦ ਆਪਣੀ ਨਗਰੀ ਦੇ ਵਿੱਚ ਆਏ ਆ ਤੇ ਪਰਿਵਾਰ ਦਾ ਹਾਲ ਚਾਲ ਦੇਖ ਆਈਏ ਜੀਆਂ ਦਾ। ਨਿਕਸੇ ਬਹੁਰ ਨਾ ਫੇਰੋ ਪਾਏ, ਜੋ ਮਹਾਰਾਜ ਘਰ ਤੋਂ ਨਿਕਲੇ ਮੁੜ ਕੇ ਫੇਰਾ ਨਹੀਂ ਮੁੜ ਕੇ ਪਾਇਆ ਸਾਂ। ਸੁਨ ਕਰ ਬਿਗਸੇ ਕਿਰਪਾ ਨਿਕੇਤਾ, ਕਿਰਪਾ ਦੇ ਘਰ ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦਾ ਬਚਨ ਸੁਣਿਆ ਤੇ ਸੁਣ ਕੇ ਹਜੂਰ ਹੁਕਮ ਕਰਦੇ ਹਨ। ਬੋਲੇ ਦੇਨ ਕੇ ਹੇਤਾ, ਮਰਦਾਨੇ ਨੂੰ ਖੁਸ਼ ਕਰਨ ਵਾਸਤੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਬੋਲੇ ਕਹਿੰਦੇ ਹਨ, ਜੇ ਤੇਰੇ ਸੰਬੰਧੀ ਮਰ ਹੈ, ਹਜੂਰ ਕਹਿੰਦੇ ਮਰਦਾਨਾ ਵੀ ਜੇ ਤੇਰੇ ਸੰਬੰਧੀ ਮਰ ਜਾਣਗੇ ਤਾਂ ਅਵਰ ਕਾਜ ਹਮ ਜਗ ਕਾਸ ਕਰ ਹੈ, ਤੇ ਦੁਨੀਆ ਦੇ ਕੰਮ ਕਿੱਦਾਂ ਕਰਾਂਗੇ ਜੇ ਤੂੰ ਸਾਡੇ ਸਾਥੀ ਦਾ ਕੋਈ ਨੁਕਸਾਨ ਹੋ ਜਾਏ, ਕਿੱਦਾਂ ਤੇਰੇ ਆਪਣੇ ਪਰਿਵਾਰ ਨੂੰ ਮਰਨ ਦਿਆਂਗੇ ਅਸੀਂ। ਹਮ ਹੋਵਤ ਨਹਿ ਚਿੰਤਾ ਕਰੀਏ, ਦੇਖ ਮਰਦਾਨਾ ਸਾਡੇ ਹੁੰਦੇ ਸੁਣਦਿਆਂ ਤੂੰ ਕਦੇ ਚਿੰਤਾ ਨਹੀਂ ਕਰਨੀ, ਤੈਨੂੰ ਫਿਕਰ ਨਹੀਂ ਹੈ, ਉਹ ਸਾਨੂੰ ਫਿਕਰ ਹੈ ਹੁਣ। ਨਿਕਟ ਨ ਜਮ ਕੋ ਤਰਾਸ ਵਿਚਾਰੀਏ, ਤੋ ਇਸ ਪ੍ਰਕਾਰ ਜਰਾ ਵੀ ਚਿੱਤ 'ਚ ਵਿਚਾਰ ਨਾ ਕਰ, ਜਮਦੂਤ ਨੇੜੇ ਨਹੀਂ ਆ ਸਕਦਾ, ਉਚਾਰਨ ਕਰੀਏ ਸਤਨਾਮ। ਸ੍ਰੀ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਜੀ ਹਨ। ਜੇ ਅਬ ਤੋ ਮਨ ਐਸੀ ਆਈ, ਹਜੂਰ ਕਹਿੰਦੇ ਜੇ ਮਰਦਾਨਾ ਤੇਰੇ ਮਨ 'ਚ ਐਸੀ ਵਿਚਾਰ ਆਈ ਹੈ ਨਾ, ਮਿਲਹੁ ਕੁਟੰਬ ਸਰਬ ਕੋ ਜਾਈ, ਜਾਂ ਸਾਰੇ ਪਰਿਵਾਰ ਨੂੰ ਮਿਲ ਕੇ ਸੁਖ ਛੰਦ ਦੇਖਿਆ ਤੂੰ। ਕਾਲੂ ਕੇ ਸਮੀਪ ਜੇ ਜਾਬਹੁ, ਪਰ ਇੰਜ ਕਰੀ ਜੇ ਪਿਤਾ ਜੀ ਦੇ ਕੋਲ ਗਿਆ ਨਾ, ਮੈਂ ਤਾਂ ਕਾਲੂ ਜੀ ਦੇ ਕੋਲ ਜਾ ਕੇ ਅਮਰੀ ਸੁਧ ਨਹਿ ਤਿਨਹਿ ਸੁਨਾਬਹੁ, ਸਾਡੀ ਗੱਲ ਨਾ ਸੁਣਾਵੀਂ ਉਹਨਾਂ ਦੇ ਤਾਈਂ। ਮਿਲ ਪਰਿਵਾਰ ਬਹੁਰ ਤੁਮ ਆਬਹੁ, ਤੂੰ ਪਰਿਵਾਰ ਨੂੰ ਮਿਲ ਕਰਕੇ ਫਿਰ ਵਾਪਸ ਆ ਜਾ ਸਾਡੇ ਕੋਲ। ਕਰਕੇ ਮੋਹ ਨਾ ਬਿਲਮ ਲਗਾਵਹੁ, ਇਉਂ ਕਰੀ ਜਾ ਕੇ ਮੋਹ ਨਾ ਹੁਣ ਕਰੀ, ਦੇਰ ਨਾ ਲਾਵੀਂ, ਛੇਤੀ ਆ ਜਾਈਂ ਇੱਥੇ ਸਾਡੇ ਕੋਲ। ਕਹਿ ਮਰਦਾਨਾ ਸੁਨ ਬਚ ਗੁਰ ਕੋ, ਗੁਰੂ ਸਾਹਿਬ ਦੇ ਬਚਨ ਸੁਣ ਕੇ ਮਰਦਾਨਾ ਬੇਨਤੀ ਕਰਦਾ ਹੈ, ਕਿਆ ਲੈ ਕਰ ਜਾਵਾਂ ਮੈਂ ਘਰ ਕੋ, ਹੱਥ ਜੋੜ ਕੇ ਬੇਨਤੀ ਕਰਦਾ ਮਰਦਾਨਾ ਸੀ ਨਾ, ਕਹਿੰਦਾ ਮਹਾਰਾਜ ਇੰਨੇ ਚਿਰਾਂ ਬਾਅਦ ਮੈਂ ਘਰ ਨੂੰ ਚੱਲਿਆ ਤੇ ਹੁਣ ਲੈ ਕੇ ਕੀ ਜਾਵਾਂ ਮਹਾਰਾਜ, ਘਰ ਖਾਲੀ ਹੱਥੀਂ ਜਾਵਾਂ ਹੁਣ ਮੈਂ। ਬਹੁਰ ਬਰਖ ਘਰ ਬਾਹਰ ਬਿਤਾਏ, ਇੰਨੇ ਸਾਲ ਤੇ ਘਰੋਂ ਬਾਹਰ ਹੀ ਮਹਾਰਾਜ ਵਿਚਰਿਆ ਹਾਂ ਅਸੀਂ। ਸ਼ੂਸ਼ਾ ਅਬ ਕਿਆ ਦੇਵੋ ਜਾਏ, ਤੇ ਮੈਂ ਜਿਸਲੇ ਗਿਆ ਤੇ ਸਾਰੇ ਹੱਥਾਂ ਵੱਲ ਦੇਖਣਗੇ, ਖਾਲੀ ਹੱਥੀ ਕੀ ਵਿਖਾਊਂਗਾ ਮੂੰਹ ਜਾ ਕੇ। ਗੁਰ ਕਹਿ ਰੋਰਨ ਮੁਸ਼ਟ ਉਚਾਰਹੁ, ਮਹਾਰਾਜ ਹੱਸ ਪਏ ਕਹਿਣ ਲੱਗੇ ਚੰਗਾ ਮਰਦਾਨਾ ਲੈ ਤੈਨੂੰ ਖਾਲੀ ਨਹੀਂ ਭੇਜਣਾ ਭਾਈ, ਇੰਜ ਕਰ ਰੋੜਾਂ ਦੀ ਮੁੱਠ ਇੱਥੋਂ ਇਕੱਠੀ ਕਰ ਲੈ ਤੇ ਆਪਣੇ ਪੱਲੇ 'ਚ ਬੰਨ ਲੈ। ਬਾਂਧ ਚੀਰ ਸੰਦੇਹ ਮਿਟਾਵਹੁ, ਪੱਲੇ ਕੱਪੜੇ ਦੇ ਪੱਲੇ ਵਿੱਚ ਬੰਨ ਕੇ ਸ਼ੰਕਾ ਮਿਟਾ ਦੇ, ਤੈਨੂੰ ਖਾਲੀ ਨਹੀਂ ਰੱਖਦੇ ਅਸੀਂ, ਫਿਕਰ ਨਾ ਕਰ। ਘਰ ਮਹਿ ਜਾਏ ਖੋਲ ਦੇਹੋ ਤਾਹੀ, ਤੇ ਘਰ ਵਿੱਚ ਜਾ ਕੇ ਨਾ ਖੋਲ ਕਰਕੇ ਪਰਿਵਾਰ ਨੂੰ ਦੇ ਦੇਵੀਂ। ਹੋਵੇ ਹੈ ਸੋ ਜੇ ਚਾਹੋ ਮਨ ਮਾਹੀ, ਜੋ ਮਨ 'ਚ ਚਾਹੇਗਾ ਉਹੀ ਬਣ ਜਾਏਗਾ, ਉਚਾਰਨ ਕਰੀਏ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਮਿੱਟੀ ਤੋਂ ਸੋਨਾ ਬਣਾਉਣ ਵਾਲੇ ਹਨ। ਏਕ ਮੁਸ਼ਟ ਤਬ ਲੈ ਮਰਦਾਨੇ, ਪਰ ਗੱਲ ਸੀ ਬਚਨ ਦੀ, ਜੇ ਇਹ ਮੁੱਠੀ ਕਹੀ ਤੇ ਮੁੱਠੀ ਲਈ, ਮਰਦਾਨੇ ਨੂੰ ਪਤਾ ਹੈ ਕਿ ਜੇ ਲਾਲਚ ਕਰ ਲਿਆ ਕੰਮ ਖਰਾਬ ਹੋ ਜੂ, ਉਹ ਮੁੱਠੀ 1 ਕਰੋੜਾਂ ਦੀ ਇਕੱਠੀ ਕਰ ਲਈ ਉਸਨੇ। ਬਾਂਧੇ ਆਪਣੇ ਪਟ ਸੰਗਾਨੇ, ਆਪਣੇ ਬਸਤਰ ਕੱਪੜੇ ਦੇ ਲੜ ਦੇ ਵਿੱਚ ਬੰਨ ਲਏ ਹਨ। ਕਰਿਓ ਆਨੰਦ ਨਿਕੇਤ ਸਿਧਾਰਾ, ਤਾਂ ਕਹਿੰਦੇ ਨੇ ਬੜਾ ਖੁਸ਼ ਹੋ ਕੇ ਘਰ ਨੂੰ ਗਿਆ ਮਰਦਾਨਾ। ਮਿਲਿਓ ਜਾਏ ਆਪਣੇ ਪਰਿਵਾਰਾ, ਸਾਰੇ ਪਰਿਵਾਰ ਨੂੰ ਜਾ ਕੇ ਮਿਲਿਆ, ਬੜਾ ਖੁਸ਼ ਹੋਇਆ। ਗੰਢ ਚੀਰ ਕੀ ਖੋਲੀ ਜਬ ਹੀ, ਜਦੋਂ ਘਰ ਵਿੱਚ ਜਾ ਕਰਕੇ ਉਹ ਕੱਪੜੇ ਦੀ ਗੰਢ ਨੂੰ ਖੋਲਿਆ ਤਾਂ ਕੰਚਨ ਸਰਬ ਬਲੋਕਿਓ ਤਬ ਹੀ, ਉਹ ਸਾਰੇ ਰੋੜ ਸੋਨੇ ਦੇ ਕਰਤੇ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ।
ਧੰਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਜਿਹੜਾ ਗੁਰੂ ਨਾਨਕ ਦਾ ਲੜ ਫੜ ਲਏ ਸਾਧ ਸੰਗਤ, ਮਹਾਰਾਜ ਘਾਟਾ ਨਹੀਂ ਰਹਿਣ ਦਿੰਦੇ ਕੋਈ। ਭਾ ਕੁਟੰਬ ਕੋ ਆਨੰਦ ਭਾਰੀ, ਸਾਰੇ ਪਰਿਵਾਰ ਨੂੰ ਖੁਸ਼ੀਆਂ ਹੋ ਗਈਆਂ, ਕਿਉਂਕਿ ਸੰਸਾਰ ਨੂੰ ਤੇ ਪਦਾਰਥ ਚਾਹੀਦੇ ਨੇ, ਪਦਾਰਥਾਂ ਨਾਲ ਹੀ ਪਿਆਰ ਹੈ, ਇਸ ਵਾਸਤੇ ਪਰਿਵਾਰ ਨੂੰ ਖੁਸ਼ੀ ਹੋ ਗਈ। ਸੁਨਤ ਭਏ ਪੁਰ ਮੈਂ ਨਰ ਨਾਰੀ, ਜਿਸ ਵੇਲੇ ਭਾਈ ਇਸ ਸੋ ਨਗਰੀ ਦੇ ਵਿੱਚ ਸੁਣਿਆ ਵੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਰਬਾਬੀ ਮਰਦਾਨਾ ਆਇਆ, ਸਭ ਲੋਕਾਂ ਨੂੰ ਖੁਸ਼ੀ ਹੋਈ ਹੈ। ਸ੍ਰੀ ਨਾਨਕ ਸੰਗੀ ਮਰਦਾਨਾ, ਧੰਨ ਗੁਰੂ ਨਾਨਕ ਮਹਾਰਾਜ ਦਾ ਸਾਥੀ ਮਰਦਾਨਾ ਆਇਆ ਭਾਈ। ਫਿਰਦ ਬਾਹਰ ਬਹੁ ਕਾਲ ਬਿਤਾਨਾ, ਭਾਈ ਬਹੁਤ ਸਮਾਂ ਭਾਈ ਬਾਹਰ ਵਿਚਰ ਕੇ ਆਇਆ। ਸੋ ਆਮ ਉਦੋਂ ਲੋਕਾਂ ਦਾ ਪਿੰਡਾਂ ਤੱਕ ਵਾਹ ਹੋਇਆ ਕਰਦਾ, ਤੇ ਉਹਨੇ ਕੀ ਆਪਣੇ ਦਾਇਰੇ 'ਚ ਰਿਹਾ ਕਰਦੇ। ਜਿਹੜਾ ਬੰਦਾ ਬਾਹਰ ਫਿਰ ਤੁਰ ਕੇ ਆਵੇ, ਸਾਰੇ ਲੋਕਾਂ ਲਈ ਅਚੰਭਾ ਹੁੰਦਾ ਸੀ, ਬਹੁਤ ਲੋਕ ਇਕੱਠੇ ਹੋ ਗਏ। ਅਬ ਆਵਾ ਆਪਣੇ ਘਰ ਬੀਚੂ, ਘਰ ਦੇ ਵਿੱਚ ਆਇਆ ਮਰਦਾਨਾ, ਚਲੋ ਦੇਖੀਏ ਵੀ ਕਿੱਥੋਂ ਕਿੱਥੋਂ ਹੋ ਕੇ ਆਇਆ ਹੈ। ਕਿਉ ਸੁਨ ਆਏ ਊਚ ਅਰ ਨੀਚੂ, ਕੋਈ ਵੀ ਵੱਡਾ ਸੀ ਛੋਟਾ ਸੀ, ਇਸ ਪ੍ਰਕਾਰ ਗਰੀਬ ਅਮੀਰ ਸਭ ਆ ਗਏ ਨਗਰੀ ਦੇ ਲੋਕ। ਭੀਰ ਭੂਰ ਤਿਹ ਕੇ ਘਰ ਹੋਈ, ਭਾਈ ਮਰਦਾਨਾ ਜੀ ਦੇ ਘਰ ਵਿੱਚ ਬਹੁਤ ਭੀੜ ਹੋ ਗਈ ਲੋਕਾਂ ਦੀ। ਮਿਲਹਿ ਕੁਸ਼ਲ ਬੁਝਹਿ ਸਭ ਕੋਈ, ਸਭ ਕੋਈ ਮਿਲਦਾ ਹੈ ਮਰਦਾਨੇ ਨੂੰ, ਉਹਦਾ ਸੁਖ ਛੰਦ ਪੁੱਛਦਾ ਹੈ। ਕਰਹਿ ਪਰਸ ਪਰ ਨਰ ਬਖਿਆਨਾ, ਤੇ ਫਿਰ ਮਰਦਾਨੇ ਨੂੰ ਮਿਲ ਕੇ ਆਪੋ ਵਿੱਚ ਇਉਂ ਬਖਿਆਨ ਗੱਲਾਂ ਕਰਦੇ ਲੋਕ। ਸ੍ਰੀ ਨਾਨਕ ਸੰਗ ਥਾ ਮਰਦਾਨਾ, ਭਾਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਸੀ ਨਾ ਇਹ ਮਰਦਾਨਾ। ਜਾਂ ਤੇ ਸੁਭ ਸੁਭਾਏ ਭਾ ਇਹ ਕੋ, ਦੇਖੋ ਕਹਿੰਦੇ ਇਹਦਾ ਸੁਭਾਅ ਕਿੱਡਾ ਚੰਗਾ ਹੋ ਗਿਆ, ਸਾਡੇ ਕੋਲ ਹੀ ਹੁੰਦਾ ਸੀ ਨਾ ਇੱਥੇ। ਆ ਹੁਣ ਦੇਖੋ ਕਹਿੰਦੇ ਸੁਭਾਅ ਕਿੱਡਾ ਸੋਹਣਾ ਮਰਦਾਨਾ ਜੀ ਦਾ। ਸਭ ਨਰ ਤੇ ਨਿਰਮਲ ਉਰ ਜਿਹ ਕੋ, ਦੇਖੋ ਸਾਡੇ ਸਾਰਿਆਂ ਨਾਲੋਂ ਕਹਿੰਦਾ ਕਿੰਨਾ ਹਿਰਦਾ ਉਜਲ ਹੈ, ਸਾਰਿਆਂ ਨਾਲ ਕਿੱਡਾ ਪਿਆਰ ਹੈ, ਤੇ ਕਿਤਨੇ ਮਿੱਠੇ ਬੋਲ ਬੋਲਦਾ ਹੈ। ਮਦਰ ਬਚਨ ਸਭ ਸੰਗ ਬਖਾਨਤ, ਕਹਿੰਦੇ ਸਾਰਿਆਂ ਦੇ ਨਾਲ ਕਿੱਡੇ ਪਿਆਰ ਤੇ ਮਿੱਠੇ ਬਚਨ ਬੋਲਦਾ ਹੈ। ਭਲੀ ਰੀਤ ਕਰ ਕੈ ਸਨਮਾਨਤ, ਤੇ ਸਾਰਿਆਂ ਨੂੰ ਬੜੇ ਅਦਬ ਨਾਲ ਸਤਿਕਾਰ ਦਿੰਦਾ ਹੈ। ਏਕ ਮਹੂਰਤ ਸਦਨ ਬਿਤਾਇਆ, ਤਾਂ ਇੱਕ ਮਹੂਰਤ, 2 ਘੜੀਆਂ ਨੂੰ ਮਹੂਰਤ ਕਹਿੰਦੇ ਨੇ। ਇੱਕ ਘੜੀ 22 ਕੁ ਮਿੰਟ ਦੀ ਹੁੰਦੀ ਹੈ, ਜੇ ਹਿਸਾਬ ਲਾ ਲਈ 8 ਪਹਿਰਾਂ ਦਾ। ਤੋ ਕਹਿੰਦੇ ਇੰਨਾ ਕੁ ਸਮਾਂ ਘਰ 'ਚ ਗੁਜ਼ਾਰਿਆ ਮਰਦਾਨਾ ਜੀ ਨੇ। ਮਿਲ ਪਰਿਵਾਰ ਦੇ ਹਰ ਖਾਇਆ, ਸਾਰੇ ਪਰਿਵਾਰ ਨੂੰ ਮਿਲ ਕੇ ਬੜੇ ਖੁਸ਼ ਹੋਏ ਹਨ। ਅਪਰ ਜੇ ਲੋਕ ਮਿਲਣ ਤਿਸ ਆਏ, ਹੋਰ ਜਿਹੜੇ ਲੋਕ ਮਿਲਣ ਵਾਸਤੇ ਆਏ ਹਨ ਕੋਲ, ਮਿਲਿਓ ਭਾਉ ਧਾਰ ਸਰਬ ਸੁਖ ਪਾਏ, ਸਾਰਿਆਂ ਨੂੰ ਪ੍ਰੇਮ ਧਾਰ ਕਰਕੇ ਮਿਲਿਆ, ਬੜੇ ਸੁਖ ਪ੍ਰਾਪਤ ਹੋਏ ਮਿਲ ਕੇ। ਦੋਹਰਾ ਬਰਨ ਸੇਤ ਹੰਸ ਬਾਹਨੀ, ਤੋ ਕਵੀ ਜੀ ਇੰਨਾ ਪ੍ਰਸੰਗ ਸੰਪੂਰਨ ਕਰਦੇ ਹੋਏ ਸੋ ਅੱਗੇ ਨਵਾਂ ਪ੍ਰਸੰਗ ਸ਼ੁਰੂ ਕਰਨ ਵਾਸਤੇ ਤੋ ਮੰਗਲਾਚਰਨ ਕਰਦੇ ਹਨ। ਇਹਨੂੰ ਸਾਰਦਾ ਸੁਰਸਤੀ ਜਾਂ ਗੁਰਮਤਿ ਵਿੱਚ ਨੂੰ ਬਾਣੀ ਦਾ ਮੰਗਲ ਕਿਹਾ ਜਾਂਦਾ ਹੈ। ਇਸ ਪ੍ਰਕਾਰ ਸੋ ਬਰਨ ਸੇਤ ਕਹਿੰਦੇ ਜਿਹਦਾ ਰੰਗ ਚਿੱਟਾ ਹੈ, ਹੰਸ ਬਾਹਨੀ, ਹੰਸ ਦੀ ਸਵਾਰੀ ਕਰਨ ਵਾਲੀ ਜੋ ਹੈ, ਜੋ ਜਬ ਬਾਣੀ ਰੂਪ, ਜੋ ਜਗਤ ਦੀ ਬਾਣੀ ਰੂਪ ਹੈ, ਐਸੀ ਜੋ ਸ਼ਕਤੀ ਰੱਬੀ ਹੈ। ਤੇ ਪਦ ਬੰਧਨ ਕਰ ਭਲੇ, ਭਲੀ ਪ੍ਰਕਾਰ ਐਸੀ ਉਹ ਸੁਰਸਤੀ ਰੱਬੀ ਬਾਣੀ ਨੂੰ ਨਮਸਕਾਰ ਕਰਕੇ ਕਰਨੋ ਕਥਾ ਅਨੂਪ, ਉਪਮਾ ਤੋਂ ਰਹਿਤ ਮਹਾਨ ਸਤਿਗੁਰੂ ਪਾਤਸ਼ਾਹ ਦੀ ਸੁੰਦਰ ਜੋ ਕਥਾ ਹੈ ਉਸ ਨੂੰ ਕਹਿੰਦੇ ਬਿਆਨ ਕਰਦਾ ਹਾਂ। ਇਸ ਪ੍ਰਕਾਰ ਬਚਨ ਕਰਦੇ ਹਨ। ਸ੍ਰੀ ਬਾਲਾ ਸੰਦਰ ਵਾਚ, ਬਾਲਾ ਜੀ ਸੰਧੂ ਗੋਤ ਵਾਲੇ ਉਵਾਚ ਕਥਨ ਕਰਦੇ ਹਨ। ਚਉਪਈ ਦਵੈ ਘਟ ਕਾ ਬੀਤੇ ਤਤਕਾਲੂ, ਜਦੋਂ ਕਹਿੰਦੇ 2 ਘੜੀਆਂ ਝਟ ਗੁਜ਼ਰ ਗਈਆਂ ਖੁਸ਼ੀ ਦੀਆਂ। ਚੱਲਿਓ ਜਹਾਂ ਥੋ ਆਇਲ ਕਾਲੂ, ਆਲੈ ਕਹਿੰਦੇ ਜਿਸ ਪ੍ਰਕਾਰ ਆਲੈ ਘਰ ਸੀ ਨਾ ਕਾਲੂ ਜੀ ਦਾ, ਫਿਰ ਉੱਥੇ ਚੱਲਿਆ ਹੈ। ਆਗੇ ਸ੍ਰੀ ਨਾਨਕ ਕੀ ਮਾਤਾ, ਅੱਗੇ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਤ੍ਰਿਪਤਾ ਨਾਮ ਜੋ ਥੀ ਬਖਿਆਤਾ, ਪ੍ਰਗਟ ਹੀ ਜਿਨ੍ਹਾਂ ਦਾ ਨਾਮ ਮਾਤਾ ਤ੍ਰਿਪਤਾ ਜੀ ਹੈ, ਸੋ ਘਰ ਵਿੱਚ ਸਨ। ਜਬ ਆਵਤ ਦੇਖਿਓ ਮਰਦਾਨਾ, ਜਦੋਂ ਮਰਦਾਨਾ ਜੀ ਨੂੰ ਆਉਂਦਾ ਦੇਖਿਆ ਆਪਣੇ ਘਰ ਵਿੱਚ, ਗਰ ਸੋ ਲਾ ਬਿਰਾਗ ਬਹੁਠਾਨਾ, ਤੇ ਮਾਤਾ ਜੀ ਨੇ ਗਲ ਨਾਲ ਲਾ ਕਰਕੇ ਬੜਾ ਬਿਰਾਗ ਕੀਤਾ ਹੈ। ਭਇਓ ਮੋਹ ਸਰਤਾ ਸੋ ਪ੍ਰਵਾਹ, ਤੇ ਕਹਿੰਦੇ ਨੇ ਆਪਣੇ ਧੰਨ ਗੁਰੂ ਨਾਨਕ ਸਾਹਿਬ ਸੁਪੁੱਤਰ ਦੇ ਮੋਹ ਦਾ ਪ੍ਰਵਾਹ ਚੱਲ ਪਿਆ ਮਾਤਾ ਜੀ ਦੇ ਮਨ ਵਿੱਚ। ਧੀਰਜ ਸਿਕਤਾ ਸੇਤ ਨਸਾਹ, ਜਿਹੜਾ ਧੀਰਜ ਦਾ ਕਹਿੰਦੇ ਇਸ ਪ੍ਰਕਾਰ ਰੇਤ ਦਾ ਪੁਲ ਸਾਰਾ ਹੀ ਰੁੜ ਗਿਆ, ਭਾਵ ਸੋ ਮਾਤਾ ਜੀ ਇੰਨੇ ਸੋ ਮਹਾਰਾਜ ਦੀ ਯਾਦ ਵਿੱਚ ਇਸ ਤਰੀਕੇ ਨਾਲ ਵਿਰਾਗ ਵਿੱਚ ਆਏ ਹਨ। ਬਾਕ ਜੋ ਤਿੰਨ ਸਭ ਦੀਏ ਰੋੜਾਈ, ਤੇ ਮਾਤਾ ਜੀ ਇੰਨੇ ਮੋਹ ਪਿਆਰ ਵਿੱਚ ਆਏ ਨੇ, ਬਚਨ ਨਹੀਂ ਕੋਈ ਆਉਂਦਾ, ਇਹ ਗਦ ਗਦ ਬਾਣੀ ਹੋ
ਕਹਿੰਦੇ ਜਿਤਨੇ ਬਚਨ ਸੀ ਉਹ ਵੀ ਮੋਹ ਦੇ ਵਿੱਚ ਕਹਿੰਦੇ ਰੁੜ ਗਏ ਹਨ, ਕੋਈ ਗੱਲ ਨਹੀਂ ਹੋ ਰਹੀ। ਕਹੈ ਬਹੁਤ ਨਹਿ ਧੀਰ ਤਰਾਈ। ਤੋ ਕਹਿਣਾ ਚਾਹੁੰਦੀ ਹੈ ਕੁਛ, ਪਰ ਹੁਣ ਧੀਰਜ ਨਹੀਂ ਟਿਕਦਾ ਸ੍ਰੀ ਹੈ, ਨਾਨਕ ਕੋ ਭਾ ਅਨਰਾਗਾ। ਕਿਉਂਕਿ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਮਨ ਵਿੱਚ ਜਾਗਿਆ ਹੈ। ਕੀਨੋ ਜਨਨੀ ਬਹੁ ਬੈਰਾਗਾ। ਤੋ ਮਾਤਾ ਜੀ ਨੇ ਬੜਾ ਵਿਰਾਗ ਕੀਤਾ। ਧੰਨ ਭਾਗਾਂ ਵਾਲੇ ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਦੇ ਘਰ ਪਰਮੇਸ਼ਰ ਜੀ ਸੋ ਇਸ ਪ੍ਰਕਾਰ ਪ੍ਰਗਟ ਹੋਏ ਹਨ। ਕਿਤਕ ਦੇਰ ਮਹਿ ਧੀਰਜ ਧਰ ਕੈ। ਕਿੰਨੀ ਕੁ ਦੇਰ ਵਿੱਚ ਧੀਰਜ ਹੌਸਲਾ ਧਾਰਿਆ ਮਾਤਾ ਜੀ ਨੇ। ਬੂਝਨ ਲੱਗੀ ਸੋ ਬਚਨ ਉਚਾਰ ਕੈ। ਇਸ ਪ੍ਰਕਾਰ ਫਿਰ ਬਚਨ ਕਹਿ ਕਰਕੇ ਇਉਂ ਬੋਲਣ ਲੱਗੇ ਮਾਤਾ ਜੀ। ਸੁਤ ਨਾਨਕ ਕੀ ਖਬਰ ਸੁਨਾਵਹੁ। ਮਰਦਾਨਾ ਸ਼ੁਕਰ ਹੈ ਤੂੰ ਆਇਆ, ਮੇਰੇ ਪੁੱਤਰ ਨਾਨਕ ਦੀ ਖਬਰ ਦੱਸ। ਤਜਿਓ ਥਾਨ ਕਹਿ ਮੋਹਿ ਬਿਤਾਵਹੁ। ਕਿਸ ਥਾਂ ਤੇ ਛੱਡ ਕੇ ਆਇਆ ਹਾਂ ਮੇਰੇ ਪੁੱਤਰ ਨੂੰ, ਇਹ ਦੱਸ ਮਰਦਾਨਾ। ਜਬ ਕੇ ਨਿਕਸੇ ਤੁਮ ਘਰ ਮਾਹੀ। ਜਦੋਂ ਦੇ ਘਰੋਂ ਤੁਸੀਂ ਨਿਕਲੇ ਹੋ ਬਾਹਰ, ਤਬ ਕੀ ਸੁਧ ਆਈ ਕਬ ਨਾਹੀ। ਤੇ ਕਦੇ ਵੀ ਕੋਈ ਖਬਰ ਨਹੀਂ ਆਈ ਤੁਹਾਡੀ ਵੀ ਤੁਸੀਂ ਕਿੱਥੇ ਹੋ, ਕਿਉਂਕਿ ਉਹਨਾਂ ਸਮਿਆਂ 'ਚ ਕੋਈ ਸਾਧਨ ਨਹੀਂ ਸਨ। ਤੋ ਕਹਿੰਦੇ ਕੋਈ ਪਤਾ ਨਹੀਂ ਲੱਗਿਆ ਕਿੱਥੇ ਗਏ ਤੁਸੀਂ, ਕਿੱਧਰੋਂ ਆਏ ਹੋ। ਮਮ ਸੁਤ ਸਭ ਤਜ ਕੈ ਘਰ ਬਾਰ। ਮੇਰਾ ਪੁੱਤਰ ਘਰ-ਬਾਰ ਦੇਖ ਲਓ ਸਾਰਾ ਹੀ ਛੱਡ ਕਰਕੇ। ਭਾ ਫਕੀਰ ਕਿਆ ਹਿਰਦੇ ਵਿਚਾਰਾ। ਪਤਾ ਨਹੀਂ ਕੀ ਪੁੱਤ ਨੇ ਵਿਚਾਰਿਆ ਮਨ ਵਿੱਚ, ਫਕੀਰ ਬਣ ਗਿਆ। ਨਿਸ ਦਿਨ ਕਰਤਿਓ ਰੁਦਨ ਬਿਤਾਉ। ਕਹਿੰਦੇ ਮੈਂ ਤਾਂ ਸਾਹਿਬ ਸਤਿਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੀ ਕਰਦੀ ਦਿਨੇ ਰਾਤ ਬੈਰਾਗ ਵਿੱਚ ਹੀ ਗੁਜ਼ਾਰਦੀ ਹਾਂ, ਦਿਨ ਰਾਤ। ਕਰ ਉਰ ਜਾਦ ਬੈਠ ਪਛਤਾਉ। ਤੇ ਮੈਂ ਨਾਲੇ ਯਾਦ ਕਰਦੀ ਹਾਂ, ਬੈਠ ਕਰਕੇ ਪਛਤਾਤਾਪ ਕਰਦੀ ਹਾਂ। ਸਾਹਿਬ ਗੁਰੂ ਨਾਨਕ ਦੀ ਯਾਦ ਹਿਰਦੇ 'ਚ ਵਸਦੀ ਹੈ। ਬਿਦ ਨੈ ਇੱਕ ਸੁਤ ਦੀਨੋ ਮੋਹੀ। ਤੇ ਕਹਿੰਦੀ ਵਿਧਾਤਾ ਵਾਹਿਗੁਰੂ ਕਾਲ ਪੁਰਖ ਨੇ ਇੱਕ ਪੁੱਤਰ ਬਖਸ਼ਿਆ ਮੈਨੂੰ, ਨਹਿ ਸਮੀਪ ਕਬ ਰਾਖਿਓ ਉਹੀ। ਤੇ ਮੈਂ ਇੱਕ ਪੁੱਤਰ ਨੂੰ ਵੀ ਕੋਲ ਨਾ ਰੱਖ ਸਕੀ। ਇਹੋ ਮਾਤਾ ਜੀ ਪਿਆਰ ਦੇ ਵਿੱਚ ਬੇਬਲ ਹੋਏ ਬਚਨ ਕਰਦੇ ਹਨ। ਦੋਹਰਾ ਕਾਲੂ ਕੇ ਤਬ ਅਜਰ ਮਹਿ। ਤੋ ਇਹਨੇ ਨੂੰ ਸੋ ਮਹਿਤਾ ਕਾਲੂ ਜੀ ਸਤਿਗੁਰਾਂ ਦੇ ਪਿਤਾ ਜੀ ਦੇ ਘਰ ਦੇ ਵਿੱਚ ਵਿਹੜੇ ਵਿੱਚ ਪੁੰਜ ਭਏ ਨਰ ਆਏ। ਬਹੁਤ ਲੋਕ ਆਣ ਕੇ ਇਕੱਠੇ ਹੋ ਗਏ। ਸੁਨ ਕਰ ਮਾਤਾ ਕੇ ਬਚਨ ਮਰਦਾਨਾ। ਮਰਦਾਨੇ ਨੇ ਮਾਤਾ ਜੀ ਦੇ ਬਚਨ ਸੁਣੇ ਜਦੋਂ, ਮਰਦਾਨਾ ਤਬ ਗਾਏ। ਮਰਦਾਨੇ ਨੇ ਬਚਨ ਇਉਂ ਕੀਤੇ ਹਨ। ਚਉਪਈ ਜਬ ਸੁਲਤਾਨਪੁਰੇ ਹਮ ਆਹੇ। ਜਦੋਂ ਮਾਤਾ ਜੀ ਸੁਲਤਾਨਪੁਰ ਵਿੱਚ ਸੀ ਨਾ ਅਸੀਂ, ਤਬ ਸ੍ਰੀ ਨਾਨਕ ਕੇ ਸੰਗ ਰਹੇ। ਉਦੋਂ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਸੀ ਮੈਂ। ਪੁਨ ਸੁਧ ਨਹਿ ਤੇ ਪਛਚਾਤੀ। ਉਹ ਤੋਂ ਬਾਅਦ ਦੀ ਮੈਨੂੰ ਖਬਰ ਨਹੀਂ, ਮਹਾਰਾਜ ਨੇ ਮਨਾ ਕੀਤਾ ਸੀ ਨਾ ਵੀ ਦੱਸਣਾ ਨਹੀਂ ਘਰ ਦੇ ਵਿੱਚ। ਇਸ ਵਾਸਤੇ ਕਹਿੰਦੇ ਮਰਦਾਨੇ ਨੇ ਬੜਾ ਕੀਤਾ ਹੈ। ਕਿਤ ਕੋ ਗਇਓ ਨਾ ਜਾਣਿਓ ਜਾਤੀ। ਮਾਤਾ ਜੀ ਪਤਾ ਨਹੀਂ ਮਹਾਰਾਜ ਕਿੱਧਰ ਗਏ ਨੇ। ਹੁਣ ਗੁਰੂ ਸਾਹਿਬ ਦਾ ਡਰ ਹੈ ਵੀ ਮਹਾਰਾਜ ਨੂੰ ਬਚਨ ਜਿਹੜਾ ਹੈ ਸੋ ਦੱਸਣਾ ਨਹੀਂ ਹੈ, ਮਹਾਰਾਜ ਦਾ ਹੁਕਮ ਹੈ। ਸੁਨ ਮਾਤਾ ਉਰ ਬਹੁ ਅਕੁਲਾਈ। ਤੇ ਮਾਤਾ ਜੀ ਨੇ ਇਹ ਗੱਲ ਸੁਣੀ ਤੇ ਹੋਰ ਬੇਬਲ ਹੋ ਗਏ ਹਨ। ਜਨ ਬ੍ਰਣ ਪਾਕੇ ਪਾਵਕ ਲਾਈ। ਮਾਨੋ ਕਿ ਪੱਕੇ ਫੋੜੇ ਤੇ ਜਿਵੇਂ ਕੋਈ ਤੱਤੀ ਚੀਜ਼ ਲਾ ਦੇ, ਇੰਨਾ ਦੁੱਖ ਮੰਨਿਆ ਹੈ ਮਨ ਵਿੱਚ। ਬੋਲ ਨ ਆਵ ਬਿਕਲ ਤਨ ਹੋਈ। ਤੋ ਮਾਤਾ ਜੀ ਫਿਰ ਬੋਲਦੇ ਨਹੀਂ ਹਨ, ਇਸ ਪਰ ਵਿਆਕਲ ਹੋ ਗਏ ਨੇ, ਗਦਗਦ ਬਾਣੀ ਹੋ ਗਈ ਹੈ। ਜਨ ਸੁਤ ਬਿਰਹੋ ਮੈਂ ਪਰ ਕੈ ਸੋਈ। ਮਾਨੋ ਕਿ ਆਪਣੇ ਪੁੱਤਰ ਜੀ ਦੇ ਵਿਛੋੜੇ ਵਿੱਚ ਮਾਤਾ ਜੀ ਜਿਵੇਂ ਕਹਿੰਦੇ ਨੇ ਸੌਂ ਹੀ ਜਾਂਦੇ ਨੇ, ਇਉਂ ਚੁੱਪ ਹੋ ਗਏ। ਇੱਕ ਤੋ ਬ੍ਰਿਧ ਹੀਨ ਬਲ ਦੇਹੀ। ਇੱਕ ਤਾਂ ਬਜ਼ੁਰਗ ਸਰੀਰ ਹੈ ਤੇ ਬਲ ਨਹੀਂ ਹੈ, ਸਿਰਫ ਸ਼ਕਤੀ ਨਹੀਂ ਰਹੀ। ਪੁੰਨ ਨਾ ਪਾਏ ਸੁਧ ਤਾਤ ਸਨੇਹੀ। ਤੇ ਦੂਸਰਾ ਕਹਿੰਦੇ ਨੇ ਆਪਣੇ ਪਿਆਰੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਖਬਰ ਨਹੀਂ ਮਿਲੀ ਹੈ। ਜਾਨਤ ਹੁਤੇ ਸੰਗ ਮਰਦਾਨਾ। ਕਿਉਂਕਿ ਮਾਤਾ ਜੀ ਨੂੰ ਤਾਂ ਪਤਾ ਸੀ ਵੀ ਮਰਦਾਨਾ ਨਾਲ ਹੀ ਹੈ ਮਹਾਰਾਜ ਦੇ। ਤਿੰਨ ਅਸ ਦੁਖ ਦਾ ਬਚਨ ਬਖਾਨਾ। ਤੇ ਉਸ ਨੇ ਇਸ ਤਰੀਕੇ ਨਾਲ ਬੜਾ ਦੁੱਖ ਦੇਣ ਵਾਲਾ ਬਚਨ ਦੱਸ ਦਿੱਤਾ, ਮੈਨੂੰ ਪਤਾ ਹੀ ਨਹੀਂ ਹੈ। ਜਿਉ ਸੋ ਖਤੰਗ ਮਰਮ ਦੇ ਭੇਦਾ। ਜਿਸ ਤਰੀਕੇ ਦੇ ਨਾਲ ਕੋਈ ਇਸ ਪ੍ਰਕਾਰ ਧਨਖ ਵਿੱਚੋਂ ਤੀਰ ਚਲਾਵੇ ਤੇ ਕਿਸੇ ਸੋਹਲ ਥਾਂ ਤੇ ਲੱਗ ਜਾਏ ਤੇ ਦੁੱਖ ਹੁੰਦਾ ਹੈ। ਪਰੀ ਬਿਬਰਨ ਹੋਏ ਅਤ ਖੇਦਾ। ਬੜਾ ਭਾਰੀ ਦੁੱਖ ਮੰਨਿਆ ਬਿਬਰਨ, ਕਹਿੰਦੇ ਚਿਹਰੇ ਦਾ ਰੰਗ ਬਦਲ ਗਿਆ। ਕਿਤਕ ਬਾਰ ਮੈਂ ਪੁੰਨ ਸੁਧ ਆਈ। ਕਿਤਨੇ ਕ ਸਮੇਂ ਤੋਂ ਬਾਅਦ ਮਾਤਾ ਜੀ ਫਿਰ ਬੋਲੇ ਹਨ। ਲੋਚਨ ਤੇ ਅਸੁਨ ਜਲ ਜਾਈ। ਤੋ ਨੇਤਰਾਂ ਦੇ ਵਿੱਚੋਂ ਵੈਰਾਗ ਦਾ ਜਲ ਚੱਲ ਰਿਹਾ ਹੈ। ਚਤਰ ਘਟੀ ਬੈਠਿਓ ਮਰਦਾਨਾ। ਮਰਦਾਨਾ 4 ਘੜੀਆਂ ਮਾਤਾ ਜੀ ਦੇ ਕੋਲ ਬੈਠਾ ਹੈ ਘਰ ਵਿੱਚ ਜਾ ਕੇ। ਪੁਨ ਉੱਠ ਚੱਲਿਓ ਪ੍ਰਭੂ ਜਿਹੇ ਥਾਨਾ। ਮਹਾਰਾਜ ਦਾ ਹੁਕਮ ਸੀ ਭਾਈ ਮੋਹ ਨਹੀਂ ਕਰਨਾ, ਵਾਪਸ ਆ ਜੀ। ਉੱਠ ਕੇ ਚੱਲਿਆ ਸਾਹਿਬਾਂ ਦੇ ਕੋਲ। ਤਬ ਤ੍ਰਿਪਤਾ ਉਰ ਧੀਰਜ ਧਰ ਕੇ। ਤਾਂ ਮਾਤਾ ਜੀ ਨੇ ਉਸ ਵੇਲੇ ਹੌਸਲਾ ਧਾਰਿਆ ਹੈ। ਇਸ ਬਲੋਕ ਉਰ
ਰਹੀ ਵਿਚਰ ਕੈ। ਤੇ ਦੇਖ ਕਰਕੇ ਅਕਸਰ ਹੈ ਤੇ ਗੁਰੂ ਨਾਨਕ ਦੀ ਮਾਂ ਆ ਨਾ, ਐਵੇਂ ਤੇ ਹੈ ਨਹੀਂ ਨਾ। ਸੋ ਮਾਤਾ ਜੀ ਨੇ ਦੇਖ ਕੇ ਹੀ ਅਨੁਭਵ ਕਰ ਲਿਆ। ਬਾਹਰ ਚੱਲਿਓ ਉਠ ਤੂਰਨ ਜਹਿਵਾ। ਤਾਂ ਇਸ ਪ੍ਰਕਾਰ ਮਰਦਾਨਾ ਕਹਿੰਦੇ ਹੁਣ ਇਹ ਜਿਹੜਾ ਮੈਨੂੰ ਕਹਿੰਦਾ ਤੇ ਹੈਗਾ, ਪਰ ਮੇਰੇ ਪੁੱਤਰ ਦੇ ਨਾਲ ਵੱਖਰਾ ਨਹੀਂ ਹੋ ਸਕਦਾ। ਇਹ ਮਾਤਾ ਜੀ ਕਹਿੰਦੇ ਵੀ ਜਿੱਥੇ ਜਾਊਗਾ ਉੱਥੇ ਮੇਰਾ ਪੁੱਤਰ ਹੋਏਗਾ। ਹੋਏ ਆਤਮਜ ਮੇਰੋ ਤਹਿਵਾ। ਮਾਤਾ ਜੀ ਕਹਿੰਦੇ ਵੀ ਇਹ ਜਿਹੜਾ ਹੁਣ ਇੰਨੀ ਛੇਤੀ ਚੱਲਿਆ ਨਾ, ਕਹਿੰਦਾ ਮੈਂ ਚੱਲਿਆ, ਜਿੱਥੇ ਜਾਏਗਾ ਮੇਰਾ ਪੁੱਤਰ ਉੱਥੇ ਹੀ ਹੋਣਾ ਹੈ। ਇਉਂ ਮਾਤਾ ਜੀ ਨੂੰ ਅਨੁਭਵ ਹੈ। ਬਹੁਤ ਦਿਨ ਬਿਤੇ ਆਇਓ ਘਰ ਮਾਹੀ। ਇੰਨੇ ਸਮੇਂ ਤੋਂ ਬਾਅਦ ਜਿਹੜਾ ਮਰਦਾਨਾ ਘਰ ਆਇਆ, ਇਹ ਮੇਰੇ ਪੁੱਤਰ ਤੋਂ ਬਿਨਾਂ ਕਿਵੇਂ ਆ ਸਕਦਾ ਹੈ। ਇਉਂ ਜਾਣ ਕੇ ਮਾਤਾ ਜੀ ਬਾਸੁਰ ਰਹਿਓ ਏਕ ਭੀ ਨਾਹੀ। ਤੇ ਕਹਿੰਦੇ ਫਿਰ ਆਇਆ ਤੇ ਇੱਕ ਦਿਨ ਵੀ ਘਰ ਟਿਕਿਆ ਨਹੀਂ ਤੇ ਹੁਣੇ ਵਾਪਸ ਚੱਲਿਆ, ਇੱਕ ਤਾਂ ਹੋ ਸਕਦਾ। ਇਉਂ ਮਾਤਾ ਜੀ ਨੇ ਸਾਰੀ ਗੱਲ ਭਾਂਪ ਲਈ ਹੈ। ਦੋਹਰਾ ਇਸ ਬਿਦ ਜਨਨੀ ਮਨ ਗੁਣ। ਇਸ ਤਰ੍ਹਾਂ ਮਾਤਾ ਜੀ ਨੇ ਮਨ ਵਿੱਚ ਵਿਚਾਰ ਕੀਤਾ। ਮਦਰ ਅਸਨ ਲੈ ਓਲ। ਤੇ ਮਾਤਾ ਜੀ ਨੇ ਇਸ ਤਰੀਕੇ ਦੇ ਨਾਲ ਆਪਣੀ ਝੋਲੀ ਵਿੱਚ ਮਿੱਠੇ ਮਿੱਠੇ ਸੋ ਇਸ ਪ੍ਰਕਾਰ ਭੋਜਨ ਲੈ ਲਏ ਹਨ। ਤੂਰਨ ਗਮਨੀ ਧਾਏ ਕਰ। ਤੇ ਝੱਟ ਮਾਤਾ ਜੀ ਨੇ ਸੋ ਕਾਹਲੀ ਕਰਕੇ ਮਰਦਾਨੇ ਦੇ ਪਿੱਛੇ ਪਿੱਛੇ ਚੱਲ ਪਈ ਵੀ ਕਿੱਧਰ ਨੂੰ ਜਾਂਦਾ ਹੁਣ। ਲੀਨੇ ਰੁਚਰ ਨਿਚੋਲ। ਤਾਂ ਬੜੇ ਸੁੰਦਰ ਇਸ ਪ੍ਰਕਾਰ ਪਦਾਰਥ ਲੈ ਲਏ ਮਾਤਾ ਜੀ ਨੇ ਤੇ ਨਾਲ ਚੱਲ ਪਏ ਹਨ। ਚੌਪਈ ਮਿਲੀ ਗੈਲ ਮੈਂ ਜਹ ਮਰਦਾਨਾ। ਮਾਤਾ ਜੀ ਫਿਰ ਵੀ ਤਗੜੇ ਹੀ ਸੀ, ਕਹਿੰਦੇ ਜਾ ਕੇ ਮਰਦਾਨੇ ਨੂੰ ਰਾਹ ਦੇ ਵਿੱਚ ਹੀ ਮਿਲ ਪਏ ਹਨ। ਆਤਰ ਹੋਵੇ ਕਰ ਬਚਨ ਬਖਾਨਾ। ਤੇ ਬੜੀ ਅਧੀਨਗੀ ਦੇ ਨਾਲ ਬੇਨਤੀ ਕੀਤੀ ਮਰਦਾਨੇ ਨੂੰ, ਕਹਿੰਦੇ ਮਾਤਾ ਜੀ ਸੁਤ ਨਾਨਕ ਸੋ ਮਿਲਹੁ ਮੋਹ ਕੋ। ਤਾਂ ਕਹਿਣ ਲੱਗੇ ਮਰਦਾਨਾ ਭਈ ਮੈਨੂੰ ਤੂੰ ਮੇਰੇ ਪੁੱਤਰ ਨਾਨਕ ਨਾਲ ਮਿਲਾ ਤਾਂ ਦੇ, ਨਾ ਤੂੰ ਇੰਨੀ ਕੁ ਤਾਂ ਕਿਰਪਾ ਕਰ। ਸੁਧ ਮਰਦਾਨੇ ਹੈ ਕਹੋ ਤੋ ਕੋ। ਤੈਨੂੰ ਮੈਨੂੰ ਪਤਾ ਤੈਨੂੰ ਮਰਦਾਨੇ ਦੀ ਖਬਰ ਹੈਗੀ, ਮਰਦਾਨੇ ਗੁਰੂ ਨਾਨਕ ਦੀ ਖਬਰ ਤੈਨੂੰ ਹੈਗੀ, ਕਹਿੰਦੇ ਮੈਨੂੰ ਪਤਾ ਇਸ ਗੱਲ ਦਾ। ਤੇ ਤੂੰ ਏਦਾਂ ਕਰ, ਬਲਾ ਨਾ ਕਰ ਤੇ ਮੈਨੂੰ ਮੇਰੇ ਪੁੱਤ ਨਾਲ ਮਿਲਾ ਦੇ। ਬਹੁਰ ਬਰਖ ਭੇਦ ਦੇਖਿਓ ਨਾਹੀ। ਦੇਖ ਕਿੰਨੇ ਸਾਲ ਗੁਜ਼ਰ ਗਏ ਹਨ, ਤੇਰਾ ਮੁਖ ਦੇਖਿਆ ਤੇ ਮੈਂ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਦਾ ਵੀ ਚਿਹਰੇ ਦਾ ਦਰਸ਼ਨ ਕਰ ਲਵਾਂ। ਮੋਹ ਵੱਡਿਓ ਅਤਸ਼ੈ ਮਨ ਮਾਹੀ। ਮੇਰੇ ਮਨ ਵਿੱਚ ਬਹੁਤਾ ਹੀ ਪ੍ਰੇਮ ਜਾਗਿਆ, ਇਸ ਵਾਸਤੇ ਮਰਦਾਨਾ ਭਾਈ ਮੈਨੂੰ ਹੁਣ ਪੁੱਤਰ ਦਾ ਦਰਸ਼ਨ ਕਰਨ ਦੀ ਇੱਛਾ ਹੈ। ਸੁਨ ਮਰਦਾਨੇ ਤੂਸਨ ਕੀਨੰ। ਤੇ ਮਰਦਾਨੇ ਨੇ ਫਿਰ ਬਚਨ ਨਹੀਂ ਕੀਤਾ, ਚੁੱਪ ਕਰ ਗਿਆ। ਮਹਾਰਾਜ ਨੇ ਮਨਾ ਜੋ ਕੀਤਾ ਸੀ, ਭਾਈ ਵੀਰ ਸੁਹਣਾ ਨੇ ਇੱਥੇ ਇੰਨਾ ਕੁ ਵਿਚਾਰ ਦਿੱਤਾ ਵੀ ਪਹਿਲਾਂ ਕਵੀ ਜੀ ਨੇ ਕੁਛ ਚਾਤਰੀ ਕੀਤੀ ਹੈ ਇੱਥੇ ਵੀ ਮਹਾਰਾਜ ਨੇ ਜਦੋਂ ਮਨਾ ਕੀਤਾ ਸੀ ਤੇ ਮਰਦਾਨਾ ਨਾ ਤੇ ਮਾਤਾ ਜੀ ਨਾਲ ਬੁਲਾ ਵੀ ਨਹੀਂ ਕਰ ਸਕਦਾ, ਉਦੋਂ ਵੀ ਜਿਹਨੂੰ ਚੁੱਪ ਹੀ ਕੀਤਾ ਹੋਊਗਾ। ਤੇ ਦੁਬਾਰਾ ਮਾਤਾ ਨੇ ਫਿਰ ਚੁੱਪ ਕਰ ਗਿਆ ਤੇ ਮਾਤਾ ਜੀ ਸਮਝ ਗਏ ਵੀ ਚੁੱਪ ਜਿਹੜਾ ਕੀਤਾ ਨਾ ਇਹ ਜ਼ਰੂਰ ਮਹਾਰਾਜ ਨੇ ਮਨਾ ਕੀਤਾ ਹੋਣਾ ਹੈ। ਗੁਰ ਭੈ ਲਖਿਓ ਨਾ ਉੱਤਰ ਦੀਨੰ। ਗੁਰੂ ਮਹਾਰਾਜ ਤੋਂ ਡਰਦੇ ਮਾਰੇ ਨੇ ਫਿਰ ਜਵਾਬ ਨਹੀਂ ਦਿੱਤਾ ਕਿ ਜੇ ਮੈਂ ਮਾਤਾ ਨੂੰ ਕੋਈ ਗੱਲ ਕਹਿ ਦਿੱਤੀ ਤੇ ਮਾਤਾ ਜੀ ਤੋਂ ਝੂਠਾ, ਤੇ ਜੇ ਮੈਂ ਉਧਰੋਂ ਕਰ ਦਿੱਤਾ ਗੁਰੂ ਵੱਲੋਂ ਝੂਠਾ, ਇਸ ਵਾਸਤੇ ਚੁੱਪ ਹੀ ਚੰਗੀ ਹੈ। ਜਨਨੀ ਜਾਣ ਗਈ ਤੇ ਬਾਤਾ। ਤੋ ਮਾਤਾ ਜੀ ਇਹਦੀ ਚੁੱਪ ਤੋਂ ਸਮਝ ਗਏ ਇਹ ਜਿਹੜਾ ਚੁੱਪ ਕਰ ਗਿਆ ਨਾ ਗੱਲ ਹੈਗੀ ਆ। ਚੱਲੀ ਤਬਹਿ ਦੇਖ ਕੇ ਪਹਿਚਾਤਾ। ਇਸ ਵਾਸਤੇ ਮਾਤਾ ਜੀ ਫਿਰ ਦੱਬੇ ਪੈਰੀ ਮਗਰ ਚੱਲ ਪਏ, ਮਗਰ ਬਦ ਤੁਰੇ ਜਾਂਦੇ ਹਨ। ਜਹ ਬੈਠੇ ਬੇਦੀ ਕੁਲ ਦੀਪਾ। ਜਿੱਥੇ ਬੈਠੇ ਸਨ ਧੰਨ ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ। ਪਹੁੰਚਤ ਭੇਤ ਹੈ ਕੂਪ ਸਮੀਪਾ। ਉਸ ਖੂਹ ਦੇ ਨੇੜੇ ਪਹੁੰਚ ਗਏ ਜਦੋਂ। ਦੋਹਰਾ ਮਾਤ ਬਲੋਕੀ ਦੂਰ ਤੇ। ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਰਜ਼ਾਦਾ ਪੁਰਸ਼ੋਤਮ ਜਦੋਂ ਤੱਕਿਆ ਗੁਰੂ ਨਾਨਕ ਸਾਹਿਬ ਮੇਰੇ ਮਾਤਾ ਜੀ ਆ ਰਹੇ ਹਨ ਦੇਖ ਕੇ। ਤੂਰਨ ਉਠ ਸੁਖਦਾਏ। ਸੁੱਖਾਂ ਦੇ ਦਾਤੇ ਝਟ ਉੱਠੇ ਨੇ ਮਾਤਾ ਜੀ ਦੇ ਅਦਬ ਸਤਕਾਰ ਵਿੱਚ। ਚਰਨ ਬੰਦਨਾ ਸੀਸ ਧਾਰ। ਭੱਜ ਕੇ ਜਾ ਕੇ ਮਾਤਾ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਨਮਸਕਾਰ ਕੀਤੀ ਮਾਤਾ ਜੀ ਨੂੰ। ਮੇਰੇ ਧੰਨ ਗੁਰੂ ਸਾਹਿਬ ਜੀ ਇਤਨਾ ਸਤਿਕਾਰ ਮਾਤਾ ਦਾ ਕਰਦੇ ਨੇ, ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਕਿੰਨੀ ਆਗੇ ਆਏ। ਤੋ ਆਣ ਕਰਕੇ ਮੂਹਰੇ ਅੱਗੇ ਆਣ ਕਰਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਹੈ। ਚੌਪਈ ਕੋਰੋ ਭਰ ਨਾਨਕ ਕੋ ਜਨਨੀ। ਤੇ ਮਾਤਾ ਜੀ ਨੇ ਝਟ ਗਲਵੱਕਣੀ ਵਿੱਚ ਲੈ ਲਿਆ ਹੈ ਪੁੱਤਰ ਨੂੰ। ਰੋਦਨ ਕਰਤ ਨ ਜਾਈ ਗਨਨੀ। ਤੋ ਪੁੱਤਰ ਦਾ ਪਿਆਰ ਹੁਣ ਡਲਕਿਆ ਹੈ, ਸਾਧ ਸੰਗ ਨੇਤਰਾਂ ਦੇ ਰਸਤੇ ਚੱਲ ਪਿਆ ਹੈ। ਚੱਲਿਓ ਬਲੋਚਨ ਤੇ ਬਹੁ ਨੀਰੰ। ਬੜਾ ਜਲ ਨੇਤਰਾਂ ਵਿੱਚੋਂ ਚੱਲਿਆ ਹੈ ਪ੍ਰੇਮ ਦਾ। ਸੁਤ ਬਿਰਹਾਲਨ ਜਨ ਕਰ ਸੀਰੰ। ਤੋ ਮਾਨੋ ਕਿ ਜਿਹੜਾ ਪੁੱਤਰ ਦਾ ਵਿਛੋੜੇ ਦਾ ਬਿਰਹਾ ਨਾਲ ਜੋ ਵਿਛੋੜੇ ਦੀ ਅੱਗ ਹੈ
ਮਾਤਾ ਜੀ ਨੇਤਰਾਂ ਦੇ ਜਲ ਨਾਲ ਉਸ ਨੂੰ ਬੁਝਾ ਰਹੇ ਹਨ। ਅਸ਼ਰਪਾਤ ਸੋ ਬਸਤਰ ਭਿਗੋਏ। ਤੋ ਇਸ ਪ੍ਰਕਾਰ ਆਪਣੇ ਅਸੁਰਪਾਤ ਨੇਤਰਾਂ ਵਿੱਚੋਂ ਜੋ ਜਲ ਚੜੇ ਉਹਦੇ ਨਾਲ ਮਹਾਰਾਜ ਦੇ ਬਸਤਰ ਭਗੋ ਦਿੱਤੇ ਹਨ। ਜੋ ਦੇਖਤ ਸੋ ਗਦ ਗਦ ਹੋਏ। ਹੁਣ ਜਿਹੜੇ ਦੇਖਣ ਵਾਲੇ ਨੇ ਸਾਰੇ ਹੀ ਵਿਰਾਗ ਵਿੱਚ ਹੋ ਗਏ। ਐਸਾ ਭਾਈ ਇਹ ਪ੍ਰੇਮ ਦਾ ਸੋ ਮਿਲਾਪ ਹੋਇਆ ਹੈ। ਕੌਰੀ ਤੇ ਸੁਤ ਕੋ ਨਹਿ ਤਜੀ। ਤੋ ਮਾਤਾ ਜੀ ਆਪਣੀ ਗਲਵਕੜੀ ਵਿੱਚੋਂ ਛਾਤੀ ਨਾਲ ਹੁਣ ਛੱਡਦੇ ਨਹੀਂ ਹਨ, ਇੰਨੀ ਦੇਰ ਬਾਅਦ ਮਿਲੇ ਹਨ। ਅਦਕ ਬਿਰਹ ਤੇ ਮਿਲਤ ਨਾ ਰੱਜਈ। ਕਿਉਂਕਿ ਵਿਛੋੜਾ ਬਹੁਤ ਹੈ, ਮਾਤਾ ਜੀ ਰੱਜਦੇ ਨਹੀਂ। ਧੰਨ ਮਹਿਰੇ ਸਤਿਗੁਰੂ ਸੱਚੇ ਪਾਤਸ਼ਾਹ, ਇਹੋ ਜੀ ਮਾਂ ਤਾਂ ਸੱਚੇ ਪਾਤਸ਼ਾਹ ਜੀ ਭਾਈ ਕਿਹਨੂੰ ਮਿਲ ਸਕਦੀ ਹੈ। ਸੋ ਕਿਰਪਾ ਹੋਈ ਮੇਰੇ ਸਤਿਗੁਰਾਂ ਦੀ। ਬਦਨ ਬਲੋਕਤ ਸੂੰਗਤ ਮਾਥਾ। ਤੋ ਮਾਤਾ ਜੀ ਚਿਹਰੇ ਦਾ ਦਰਸ਼ਨ ਕਰਦੇ ਹਨ, ਸੋ ਚਿਹਰਾ ਚੁੰਮਦੇ ਹਨ। ਇਸ ਪ੍ਰਕਾਰ ਸੋ ਆਪਣੇ ਮਨ ਦਾ ਪਿਆਰ ਲਾਡ ਪੂਰਾ ਕਰਦੇ ਹਨ। ਕਰਤ ਨੇਹ ਸਿਰ ਫੇਰਤ ਹਾਥਾ। ਤੋ ਬੜਾ ਪ੍ਰੇਮ ਕਰਕੇ ਮਹਾਰਾਜ ਦੇ ਸਿਰ ਤੇ ਹੱਥ ਫੇਰਦੇ ਨੇ। ਪੁੱਤ ਪੋਤੀ ਹੁੰਦੇ ਨੇ ਮਾਵਾਂ ਦੇ, ਭਾਵੇਂ ਕਿੰਡੇ ਵੀ ਹੋ ਜਾਣ। ਪੁੱਤੇ ਬ੍ਰਿਧ ਬਲ ਤੇ ਤਨਹੀਨਾ। ਤੋ ਭਾਵੇਂ ਬਜ਼ੁਰਗ ਸਨ, ਸੋ ਹੁਣ ਜਵਾਨੀ ਵਾਲਾ ਬਲ ਤੇ ਨਹੀਂ ਸੀ ਸਰੀਰ ਵਿੱਚ। ਪੁਨ ਸਮੀਪ ਬੈਸੀ ਸੁਖ ਲੀਨਾ। ਤੇ ਫਿਰ ਕੋਲ ਬੈਠ ਕਰਕੇ ਬੜਾ ਸੁਖ ਮਾਣਿਆ ਸਤਿਗੁਰਾਂ ਦੇ ਕੋਲ। ਭਈ 2 ਕੋ ਪੈਂਡਾ ਤੇ ਚੱਲ ਕੇ ਚੱਲ ਗਏ ਨੇ, ਤੇ ਬਾਲੀ ਹੈ ਤੇ ਤਾਂ ਹੀ ਗਏ ਨੇ ਨਾ। ਮੇਰੇ ਸਤਿਗੁਰੂ ਦੀ ਕਿਰਪਾ ਦੱਸਦਾ, ਪੁਰਾਣੇ ਸਰੀਰਾਂ ਵਿੱਚ ਫਿਰ ਵੀ ਜਾਨ ਹੁੰਦੀ ਹੈ। ਜਬ ਕਾਲੂ ਨੇ ਸੁਧ ਇਉ ਪਾਈ। ਜਦੋਂ ਸੋ ਮਹਿਤਾ ਕਾਲੂ ਸਤਿਗੁਰਾਂ ਦੇ ਪਿਤਾ ਜੀ ਨੂੰ ਪਤਾ ਲੱਗਾ ਇਸ ਗੱਲ ਦਾ, ਬੈਸ ਵਾਹਰ ਤਾਤ ਮਮ ਆਈ। ਤੇ ਮੇਰਾ ਪੁੱਤਰ ਬਾਹਰ ਆਣ ਕਰਕੇ ਤੇਜ ਭਾਨ ਦੇ ਖੂਹ ਦੇ ਉੱਤੇ ਬੈਠਾ ਹੋਇਆ ਹੈ, ਤਤ ਸਿਨ ਜੀਨ ਤੁਰੰਗਨ ਪਾਵਾ। ਤਾਂ ਝੱਟ ਹੀ ਕਹਿੰਦੇ ਨੇ ਘੋੜੀ ਤੇ ਕਾਠੀ ਪਾਈ ਇਸ ਨੇ। ਹੋਵੇ ਅਰੂਢ ਤੂਰਨ ਤਬ ਆਵਾ। ਝੱਟ ਘੋੜੀ ਤੇ ਸਵਾਰ ਹੋ ਕਰਕੇ ਭਜਾ ਕੇ ਘੋੜੀ ਆ ਗਿਆ ਉੱਥੇ। ਪਿਤਾ ਬਲੋਕ ਉੱਠੇ ਦੁਖ ਕੰਦਨਾ। ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਨੇ ਦੇਖਿਆ ਪਿਤਾ ਜੀ ਆ ਰਹੇ ਹਨ। ਮਰਯਾਦਾ ਪੁਰਸ਼ੋਤਮ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਝੱਟ ਉੱਠੇ ਹਨ। ਪਦ ਅਰਬਿੰਦ ਕਰਤ ਤੇ ਬੰਧਨ। ਝੱਟ ਭੱਜ ਕੇ ਜਾ ਕੇ ਪਿਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਬੜਵਾ ਤੇ ਉਤਰਿਓ ਤਤਕਾਲਾ। ਝੱਟ ਪਿਤਾ ਜੀ ਵੀ ਕਹਿੰਦੇ ਝੱਟ ਘੋੜੀ ਤੋਂ ਉਤਰੇ ਹਨ। ਗਰ ਸੋ ਲਾਇਓ ਪ੍ਰੇਮ ਵਿਸਾਲਾ। ਬਹੁਤ ਪਿਆਰ ਕੀਤਾ, ਗਲੇ ਨਾਲ ਲਾ ਕਰਕੇ ਮਿਲੇ ਹਨ ਪਿਤਾ ਜੀ। ਜਨ ਬਹੁ ਭੂਖੇ ਮਿਲਿਓ ਆਹਾਰਾ। ਮਾਨੋ ਕਿ ਜਿਵੇਂ ਬਹੁਤੀ ਭੁੱਖ ਲੱਗੀ ਹੋ ਕਿਸੇ ਨੂੰ ਭੋਜਨ ਮਿਲ ਜਾਏ, ਇਤਨੀ ਖੁਸ਼ੀ ਹੋਈ ਗੁਰੂ ਸਾਹਿਬ ਦਾ ਦਰਸ਼ਨ ਕਰਕੇ। ਮਰਤਿਓ ਪਿਆਸੇ ਪਾਇਓ ਬਾਰਾ। ਮਾਨੋ ਜਿਵੇਂ ਕੋਈ ਮਰ ਰਿਹਾ ਹੋਵੇ ਪਾਣੀ ਤੋਂ, ਤੇ ਉਹਦੇ ਮੂੰਹ 'ਚ ਕੋਈ ਪਾਣੀ ਪਾ ਦੇ ਜੀਵਨ ਮਿਲ ਜਾਏ। ਇਉਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦਰਸ਼ਨ ਕਰਕੇ ਨਿਹਾਲ ਹੋਏ ਹਨ ਪਿਤਾ ਜੀ। ਨੀਰ ਵਿਮੋਚਿਤ ਲੋਚਨ ਦਰ ਤੇ। ਇਸ ਪ੍ਰਕਾਰ ਨੇਤਰਾਂ ਦੇ ਰਸਤੇ ਸੋ ਉਹ ਵੀ ਇਸ ਪ੍ਰਕਾਰ ਜਲ ਪ੍ਰਵਾਹ ਚਲਾ ਰਹੇ ਹਨ। ਗਦ ਗਦ ਬੋਲਿਓ ਜਾਏ ਨਾ ਗਰ ਤੇ। ਤੋ ਇਸ ਪ੍ਰਕਾਰ ਗਲਾ ਰੁਕ, ਇਹਨੂੰ ਕਹਿੰਦਾ ਗਦ ਗਦ ਬਾਣੀ। ਯਾਨੀ ਐਡਾ ਪਿਆਰ ਦੇ ਵਿੱਚ ਉਛਾਲਾ ਮਨ ਵਿੱਚ, ਵੀ ਗਲਾ ਜਿਹੜਾ ਰੁਕ ਜਾਂਦਾ ਹੈ, ਬੋਲਿਆ ਨਹੀਂ ਜਾਂਦਾ ਹੈ। ਅਪਰ ਲੋਕ ਸੁਨ ਕਰ ਬਹੁ ਆਏ। ਤੇ ਇਹ ਇਉਂ ਸੁਣ ਕਰਕੇ ਨਗਰੀ ਦੇ ਵਿੱਚ ਬਹੁਤ ਲੋਕ ਆ ਗਏ ਵੀ ਗੁਰੂ ਨਾਨਕ ਸਾਹਿਬ ਜੀ ਆਏ ਨੇ। ਮਿਲੈ ਭਾਉ ਧਰ ਹਰਖ ਵਢਾਏ। ਤੇ ਬੜਾ ਪ੍ਰੇਮ ਧਰ ਕੇ ਆਏ, ਗੁਰੂ ਸਾਹਿਬ ਨੂੰ ਪ੍ਰੇਮ ਦੇ ਨਾਲ ਮਿਲੇ ਹਨ ਸਾਰੇ। ਬੈਠ ਗਏ ਸਭ ਤਿਸ ਹੀ ਥਾਈ। ਤੇ ਸਾਰੇ ਭਾਈ ਆ ਕਰਕੇ ਉੱਥੇ ਖੂਹ ਦੇ ਉੱਤੇ ਹੀ ਰੌਣਕ ਲਾਤੀ, ਜੰਗਲਾਂ 'ਚ ਮੰਗਲ ਲਾਤੇ ਮੇਰੇ ਸਤਿਗੁਰਾਂ ਨੇ। ਚਹੁ ਦਿਸ ਮਦ ਬੇਦੀ ਕੁਲ ਰਾਈ। ਚਾਰ ਚੁਫੇਰੇ ਸੰਗਤਾਂ ਜੁੜ ਗਈਆਂ, ਵਿਚਾਲੇ ਸਾਰਿਆਂ ਦੇ ਬੈਠੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਦੇਖ ਪ੍ਰੇਮ ਬਹੁ ਕੋਈ ਨਾ ਬੋਲਾ। ਤੋ ਜਿਸ ਵੇਲੇ ਇਹੋ ਜਿਹਾ ਪਿਆਰ ਦਾ ਵਿਰਾਗਮਈ ਕਰਣ ਰਸ ਛਾਇਆ ਹੋਇਆ ਹੈ, ਪਹਿਲੇ ਮਾਤਾ ਜੀ ਫਿਰ ਪਿਤਾ ਜੀ ਆਏ ਨੇ, ਤੇ ਸਾਰੀ ਸੰਗਤ ਦੇ ਮਨ ਵਿਰਾਗ ਦੇ ਵਿੱਚ ਹੋਏ ਨੇ, ਪਿਆਰ ਵਿੱਚ ਹੋਏ ਨੇ। ਤੋ ਕੋਈ ਬੋਲ ਨਹੀਂ ਸਕਿਆ, ਉਸ ਵੇਲੇ ਚੁੱਪ ਛਾ ਗਈ ਹੈ। ਇੱਕ ਘਟ ਕਾ ਲੱਗ ਰਹੇ ਅਡੋਲਾ। ਤੇ ਇੱਕ ਘੜੀ ਤੱਕ ਕੋਈ ਬੋਲ ਨਹੀਂ ਸਕਿਆ, ਇਹੋ ਜਿਹਾ ਮਾਹੌਲ ਬਣਿਆ ਹੈ ਸਾਧ ਸੰਗਤ। ਸੋ ਵੈਰਾਗਮਈ ਤੇ ਇਉਂ ਜਿਸ ਵੇਲੇ ਟਿਕੇ ਬੈਠੇ ਹਨ ਸਾਰੇ। ਤ੍ਰਿਤ ਧਰ ਤ੍ਰਿਪਤਾ ਗਿਰਾ ਉਚਾਰੀ। ਤੇ ਮਾਤਾ ਜੀ ਨੇ ਹੌਸਲਾ ਕੀਤਾ ਹੈ, ਤੇ ਹੌਸਲਾ ਧਾਰ ਕਰਕੇ ਬਚਨ ਕੀਤਾ ਮਾਤਾ ਜੀ ਨੇ। ਵਾਰ ਵਾਰ ਸੁਤ ਤੋ ਪਰਵਾਰੀ। ਹੇ ਮੇਰੇ ਪੁੱਤਰ, ਮੈਂ ਤੇਰੇ ਤੋਂ ਬਾਰ-ਬਾਰ ਬਲਹਾਰ ਜਾਵਾਂ। ਦੋਹਰਾ ਦਰਸ਼ਨ ਦੀਨੋ ਆਨ ਕੈ। ਆਨ ਕਰਕੇ ਤੂੰ ਸਾਨੂੰ ਦਰਸ਼ਨ ਬਖਸ਼ਿਸ਼ ਕੀਤੇ ਹਨ। ਮੋਹ ਕੇ ਕੀਓ ਨਿਹਾ ਮੋਹ ਕੋ
ਕੀਓ ਨਿਹਾਲ। ਤੇ ਮੈਨੂੰ ਤਾਂ ਬਹੁਤ ਹੀ ਤੁਸੀਂ ਨਿਹਾਲ ਸੁੱਖ ਬਖਸ਼ ਦਿੱਤਾ, ਮੈਨੂੰ ਤਾਂ ਨਵਾਂ ਹੀ ਜੀਵਨ ਮਿਲ ਗਿਆ ਜੇ ਤੁਸੀਂ ਮਿਲ ਗਏ ਤਾਂ। ਲਿਸ ਬਾਸੁਰ ਤਬ ਹੀਤ ਤੇ, ਤੁਹਾਡੇ ਪੁੱਤਰ ਮੈਂ ਤੇਰੇ ਪਿਆਰ ਦੇ ਵਿੱਚ ਦਿਨ ਰਾਤ ਹੀ ਚਿੰਤਾ ਤੁਰ ਬਿਹਾਲ। ਤੇ ਮੈਂ ਚਿੰਤਾ ਤੇਰੀ ਕਰ ਕਰਕੇ ਹੀ ਬੇਹਾਲ ਹੁੰਦੀ ਰਹਿੰਦੀ ਹਾਂ। ਇਸ ਪ੍ਰਕਾਰ ਤੇਰੀ ਹੀ ਯਾਦ ਮਨ ਵਿੱਚ ਵਸਦੀ ਹੈ। ਚਉਪਈ ਇਕ ਸੁਤ ਹਮਰੇ ਦੀ ਦੂਜੋ ਨਾਹੀ। ਦੇਖ ਪੁੱਤਰ, ਤੂੰ ਇਕਲੌਤਾ ਹੀ ਪੁੱਤਰ ਹੈ ਸਾਡਾ, ਦੂਸਰਾ ਤਾਂ ਕੋਈ ਹੈ ਨਹੀਂ ਹੈ। ਘਰ ਤਜ ਰਲਿਓ ਫਕੀਰਨ ਮਾਹੀ। ਤੂੰ ਹੁਣ ਘਰ ਨੂੰ ਛੱਡ ਕੇ ਤੇ ਫਕੀਰ ਬਣ ਕਰਕੇ ਤੂੰ ਵਿਚਰਦਾ ਹੈ। ਭਏ ਅਧੀਰ ਬੇਸੂਰਤ ਸਦਾ। ਅਸੀਂ ਹਮੇਸ਼ਾ ਹੀ ਧੀਰਜ ਤੋਂ ਰਹਿਤ ਹੋ ਕਰਕੇ ਝੂਰਦੇ ਹੀ ਰਹਿੰਦੇ ਵੀ ਇੱਕੋ ਇੱਕ ਪੁੱਤ। ਮਾਤਾ ਤੇਰੇ ਘਰ ਤਾਂ ਪੁੱਤ ਜਿਹੜਾ ਕਿਤੇ ਨਿੱਤ ਹੋਵੇ, ਕਿਤੇ ਦੁਨੀਆ ਦਾ ਭਲਾ ਹੋ ਜਾਵੇ। ਅਬ ਲਾਖਤ ਦਰਸ਼ਨ ਹੋਵੇ ਕਦਾ। ਤੇ ਕਹਿੰਦੇ ਮੈਂ ਤਾਂ ਇੱਛਾ ਕਰਦੀ ਰਹਿੰਦੀ ਹਾਂ ਵੀ ਕਦੋਂ ਤੇਰਾ ਦਰਸ਼ਨ ਹੋਵੇ ਮੈਨੂੰ। ਬਹੁਤ ਬਰਖ ਬੀਤੇ ਤੁਝ ਗਏ। ਤੋ ਕਿੰਨੇ ਸਾਲ ਗੁਜ਼ਰ ਗਏ ਹਨ ਤੁਹਾਨੂੰ ਘਰ ਤੋਂ ਗਿਆ ਹੋਇਆਂ ਨੂੰ। ਦੇਸ ਵਿਦੇਸ ਫਿਰੇ ਅਬ ਆਏ। ਤੇ ਕਹਿੰਦੇ ਦੇਸਾਂ ਪ੍ਰਦੇਸਾਂ 'ਚ ਤੁਸੀਂ ਵਿਚਰੇ ਹੋ ਤੇ ਹੁਣ ਤੁਸੀਂ ਆਏ ਹੋ ਇੱਥੇ। ਅਬ ਲੋਕਤ ਆਨੰਦ ਵਿਸਾਲਾ। ਤੇ ਪੁੱਤਰ ਤੇਰਾ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ, ਸਾਨੂੰ ਖੁਸ਼ੀ ਹੋਈ ਹੈ। ਜੈਉ ਕਸ਼ਲਿਆ ਰਾਮ ਕਿਰਪਾਲਾ। ਜਿਵੇਂ ਕਿਰਪਾਲੂ ਰਾਮ ਜੀ ਦਾ ਦਰਸ਼ਨ ਕਰਕੇ ਮਾਤਾ ਕੌਸ਼ਲਿਆ ਜੀ ਨੂੰ 12 ਸਾਲਾਂ ਦਾ ਬਨਵਾਸ ਕੱਟ ਕੇ ਆਏ ਸੀ, ਖੁਸ਼ੀ ਹੋਈ ਜਿੱਦਾਂ। ਮੈਂ ਵਾਰੀ ਸੁਤ ਤੋ ਪਰਵਾਰੀ। ਹੇ ਪੁੱਤਰ ਤੇਰੇ ਤੋਂ ਬਾਹਰ ਜਾਵਾਂ, ਬਲਹਾਰ ਜਾਵਾਂ ਤੇਰੇ ਤੋਂ। ਵਾਰ ਵਾਰ ਕਹਿ ਗੁਰ ਮਹਤਾਰੀ। ਸਤਿਗੁਰਾਂ ਦੇ ਮਾਤਾ ਤ੍ਰਿਪਤਾ ਜੀ ਵਾਰ-ਵਾਰ ਪਿਆਰ ਦੇ ਵਿੱਚ ਆ ਕੇ ਪੁੱਤਰ ਤੋਂ ਬਰਹਾਰ ਹੁੰਦੇ ਹਨ। ਇਸ ਪ੍ਰਕਾਰ ਕੇ ਬਚਨ ਸੁਨੇ ਜਬ। ਧੰਨ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਮਾਤਾ ਜੀ ਦੇ ਪਿਆਰ ਪੂਰਵਕ ਐਸੇ ਬਚਨ ਸਰਵਣ ਕੀਤੇ, ਮੁਖ ਤੇ ਸ਼ਬਦ ਉਚਾਰਤ ਭੇ ਤਬ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਭਈ ਇਹ ਹੁਣ ਇੰਨੀ ਸੰਗਤ ਜੁੜੀ ਹੈ, ਇਹ ਸਾਰੀ ਸੰਗਤ ਨੂੰ ਨਿਹਾਲ ਕਰਨਾ ਚਾਹੀਦਾ ਹੈ, ਬਖਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਮੇਰੇ ਸਤਿਗੁਰੂ ਦੇਸਾਂ ਵਿਦੇਸ਼ਾਂ ਵਿੱਚ ਮਿਹਰਾਂ ਕਰਦੇ ਆਏ ਨੇ ਧੁਰ ਕੀ ਬਾਣੀ ਦੁਆਰਾ। ਤੇ ਹਜੂਰ ਜੀ ਨੇ ਇੱਥੇ ਹੁਣ ਆਪਣੀ ਪਾਵਨ ਪਵਿੱਤਰ ਆਪਣੀ ਨਗਰੀ ਆ ਗੁਰੂ ਦੀ, ਤੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਫਿਰ ਉਸ ਵੇਲੇ ਸ਼ਬਦ ਉਚਾਰਨ ਕੀਤਾ। ਮੇਰੇ ਗਰੀਬ ਨਵਾਜ ਦਾਤਾਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਸ਼ਬਦ ਉਚਾਰਿਆ ਹੈ ਜੀ। ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ। ਧੰਨ ਸਤਿਗੁਰੂ ਪਾਤਸ਼ਾਹ ਵਡਹੰਸ ਰਾਗ ਦੇ ਵਿੱਚ ਸਾਹਿਬ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਕਿਰਪਾ ਕਰਕੇ ਪਹਿਲੇ ਘਰ ਦੇ ਵਿੱਚ ਇਸ ਪ੍ਰਕਾਰ ਇਸ ਸ਼ਬਦ ਦਾ ਉਚਾਰਨ ਕਰਦੇ ਹਨ। ਅਮਲੀ ਅਮਲ ਨਾ ਅੰਬੜੈ। ਹਜੂਰ ਪਾਤਸ਼ਾਹ ਬਖਸ਼ਿਸ਼ ਕੀਤੀ ਹੈ। ਦੇਖੋ ਮਾਤਾ ਜੀ, ਸੋ ਜਿਸ ਤਰ੍ਹਾਂ ਇੱਕ ਅਮਲੀ ਬੰਦਾ ਹੋਵੇ ਤੇ ਉਹਨੂੰ ਅਮਲ ਨਾ ਮਿਲੇ, ਜਿੱਦਾਂ ਮੱਛੀ ਨੀਰ ਨਾ ਹੋਏ। ਤੇ ਜਿਸ ਵੇਲੇ ਮੱਛੀ ਜਿਹੜੀ ਹੈ ਉਸ ਨੂੰ ਪਾਣੀ ਨਾ ਮਿਲੇ, ਤਾਂ ਕਹਿੰਦੇ ਜਿਸ ਤਰ੍ਹਾਂ ਅਮਲੀ ਨੂੰ ਕੋਈ ਫੀਮ ਦਾ ਡੋਡਿਆਂ ਦਾ ਅਮਲੀ ਹੋਵੇ ਤੇ ਉਸ ਨੂੰ ਨਾ ਕਿਤੇ ਅਮਲ ਮਿਲੇ। ਮਹਾਂਪੁਰਖਾਂ ਨੇ ਕਥਾ ਦੇ ਵਿੱਚ ਜ਼ਿਕਰ ਕੀਤਾ, ਕਹਿੰਦੇ ਕਿਤੇ ਅਮਲੀ ਨੂੰ ਅਮਲ ਦੀ ਟੋਟ ਆ ਜਾਏ ਨਾ ਤੇ ਮਾਪੇ ਹੀ ਮਰ ਜਾਂਦੇ ਆ, ਬਸ ਸਾਹ ਹੀ ਚੱਲਦੇ ਹੁੰਦੇ, ਬਾਕੀ ਸੱਤ ਸਰੀਰ 'ਚ ਕੋਈ ਨਹੀਂ ਰਹਿੰਦਾ। ਐਸਾ ਦੇਖਿਆ, ਮੁਰਦਿਆਂ ਵਰਗੇ ਹੋ ਜਾਂਦੇ ਜਦੋਂ ਟੋਟ ਲੱਗਦੀ ਹੈ। ਜਿਸ ਤਰ੍ਹਾਂ ਇੱਕ ਅਮਲੀ ਬੰਦੇ ਨੂੰ ਅਮਲ ਨਾ ਮਿਲੇ ਤੇ ਉਹਦੀ ਜਿਵੇਂ ਹਾਲਤ ਹੁੰਦੀ ਹੈ, ਮੱਛੀ ਨੂੰ ਪਾਣੀ ਨਾ ਮਿਲੇ ਜਿਵੇਂ ਤੜਫਦੀ ਹੈ। ਜੋ ਰੱਤੇ ਸਹਿ ਆਪਣੇ। ਪਰ ਹਜੂਰ ਕਹਿੰਦੇ ਨੇ ਉਹਨਾਂ ਦੀ ਹਾਲਤ ਤੇ ਇਹ ਹੁੰਦੀ ਹੈ, ਪਰ ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਪ੍ਰੇਮ ਰੰਗ ਵਿੱਚ ਰੱਤੇ ਹਨ, ਤਿੰਨ ਭਾਵੈ ਸਭ ਕੋਏ। ਉਹਨਾਂ ਨੂੰ ਸਾਰੇ ਹੀ ਚੰਗੇ ਲੱਗਦੇ। ਭਾਵ ਕਿ ਅਸੀਂ ਵਾਹਿਗੁਰੂ ਪਰਮੇਸ਼ਵਰ ਦੇ ਪ੍ਰੇਮ ਵਿੱਚ ਰੰਗੇ ਹਾਂ। ਤੁਹਾਡੀ ਹਾਲਤ ਤਾਂ ਹੈ ਵਿਛੋੜੇ ਵਾਲੀ, ਪਰ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਮਿਲਾਪ ਰੰਗ ਵਿੱਚ ਆਨੰਦ ਵਿੱਚ ਹਾਂ, ਸਾਨੂੰ ਸਾਰੇ ਚੰਗੇ ਲੱਗਦੇ ਨੇ। ਮਾਤਾ ਜੇ ਤੈਨੂੰ ਇੰਨਾ ਪਿਆਰ ਹੈ ਨਾ, ਅਸੀਂ ਜਿੱਥੇ ਵੀ ਜਾਂਦੇ ਇੰਨਾ ਹੀ ਪਿਆਰ ਸਾਨੂੰ ਮਿਲਦਾ ਹੈ। ਤਿੰਨ ਭਾਵ ਹੈ ਸਭ ਕੋਈ। ਤੋ ਕਹਿੰਦੇ ਜਿਸ ਤਰੀਕਾ ਅਮਲੀ ਜਿਹੜਾ ਹੈ ਅਮਲ ਨਾ ਮਿਲੇ ਤੇ ਉਹ ਇਉਂ ਤੜਫਦਾ ਜਿਵੇਂ ਮੱਛੀ ਨੂੰ ਪਾਣੀ ਨਾ ਇਉਂ ਤੜਫਦਾ ਹੈ। ਪਰ ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਪ੍ਰੇਮ ਵਿੱਚ ਮਿਲੇ ਹਨ, ਉਹਨਾਂ ਨੂੰ ਐਸਾ ਤੜਫਣਾ ਨਹੀਂ ਹੁੰਦਾ। ਉਹ ਸਦਾ ਹੀ ਆਨੰਦ ਤੇ ਖੇੜੇ ਵਿੱਚ ਨੇ, ਉਹਨਾਂ ਨੂੰ ਸਭ ਕੁਝ ਚੰਗਾ ਲੱਗਦਾ ਹੈ। ਹਉ ਵਾਰੀ ਵੰਜਾਂ ਖੰਨੀਐ ਵੰਜਾਂ। ਮਾਤਾ ਜੀ ਮੈਂ ਇਸ ਪ੍ਰਕਾਰ ਵਾਰਨੇ ਜਾਵਾਂ, ਖੰਨੀਆਂ ਟੁਕੜੇ ਟੁਕੜੇ ਹੋ ਕਰਕੇ ਵਾਰਨੇ ਜਾਵਾਂ ਜੀ। ਤੋ ਸਾਹਿਬ ਕੇ ਨਾਵੈ। हे ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ, ਤੁਹਾਡੇ ਨਾਮ ਤੋਂ ਮੈਂ ਕੁਰਬਾਨ ਹੋ ਜਾਵਾਂ। ਜੇ ਮਾਤਾ ਜੀ ਕਹਿੰਦੇ ਨੇ ਪੁੱਤਰ ਮੈਂ ਤੇਰੇ ਤੋਂ ਵਾਰਨੇ ਜਾਵਾਂ, ਗੁਰੂ ਪਾਤਸ਼ਾਹ ਕਹਿੰਦੇ ਮਾਤਾ ਜੀ ਅਸੀਂ ਵਾਹਿਗੁਰੂ ਦੇ ਨਾਮ ਤੋਂ ਬਲਹਾਰ ਹੁੰਦੇ ਹਾਂ। ਰਹਾਉ ਵਿਸ਼ਰਾਮ ਦੇ ਕੇ ਉਚਾਰਦੇ ਸਤਿਗੁਰੂ ਜੀ। ਸਾਹਿਬ ਸਫਲਿਓ ਰੁਖੜਾ। ਮੇਰਾ ਸਾਹਿਬ ਅਕਾਲ ਪੁਰਖ ਵਾਹਿਗੁਰੂ
ਸਫਲ ਰੁੱਖ ਹੈ, ਇਸ ਪ੍ਰਕਾਰ ਫਲਾਂ ਦੇ ਸਹਿਤ ਹੈ। ਅੰਮ੍ਰਿਤ ਜਾ ਕਾ ਨਾਉ ਤੇ ਕਹਿੰਦੇ ਉਸ ਮੇਰੇ ਮਾਲਕ ਜੀ ਦਾ ਨਾਮ ਅੰਮ੍ਰਿਤ ਹੈ। ਜਿਨ ਪੀਆ ਤੇ ਤ੍ਰਿਪਤ ਭਏ ਜਿਨ੍ਹਾਂ ਨੇ ਉਸ ਨਾਮ ਦੇ ਰਸ ਨੂੰ ਪੀਤਾ ਉਹ ਰੱਜ ਗਏ ਨੇ ਸਦਾ ਵਾਸਤੇ। ਹਉ ਤਿਨ ਬਲਹਾਰੈ ਜਾਉ ਹਜੂਰ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ ਜਿਹੜੇ ਨਾਮ ਦਾ ਰਸ ਪੀਂਦੇ ਹਨ, ਨਾਮ ਦਾ ਆਨੰਦ ਮਾਣਦੇ ਹਨ। ਮੈਂ ਕੀ ਨਦਰ ਨ ਆਵਹੀ ਮਹਾਰਾਜ ਕਹਿੰਦੇ ਸਾਡੀ ਨਿਗਾਹ ਵਿੱਚ ਨਹੀਂ ਆਉਂਦਾ ਹੈ। ਵਸ ਹੈ ਹੰਬੀਆ ਨਾਲ ਤੋ ਕਹਿੰਦੇ ਨੇ ਮਾਲਕ ਮੇਰਾ ਵਾਹਿਗੁਰੂ ਵਸੈ ਹੱਬੀਆਂ ਨਾਲ, ਸਾਰਿਆਂ ਦੇ ਨਾਲ ਹੀ ਵਸਦਾ ਹੈ ਪਰ ਸਾਨੂੰ ਦਿਸਦਾ ਨਹੀਂ ਹੈ। ਤਿਖਾ ਤਿਹਾਇਆ ਕਿਉ ਲਹੈ ਤੋ ਜਿਹੜਾ ਇਸ ਪ੍ਰਕਾਰ ਸੋ ਪਿਆਸਾ ਹੈ, ਜਿਹਦੇ ਅੰਦਰ ਇਸ ਪ੍ਰਕਾਰ ਸੋ ਖਾਸ਼ ਜਾਗੀ ਹੈ, ਕਿਸ ਤਰੀਕੇ ਨਾਲ ਪ੍ਰਾਪਤ ਕਰੇ। ਜਾਂ ਸਰ ਭੀਤਰ ਪਾਲ ਤੋ ਮਹਾਰਾਜ ਕਹਿੰਦੇ ਕਾਰਨ ਕੀ ਹੈ? ਕਹਿੰਦੇ ਸਰੋਵਰ ਤਾਂ ਹੈ ਪਰ ਭੀਤਰ ਪਾਲ ਵਿੱਚ ਕਹਿੰਦੇ ਪਾਲ ਜਿਵੇਂ ਪੜਦਾ ਹੈ, ਕੰਧ ਲੱਗੀ ਹੋਈ ਹੈ। ਭਾਵ ਕਿ ਵਾਹਿਗੁਰੂ ਪਰਮੇਸ਼ਵਰ ਦਾ ਆਨੰਦ ਤਾਂ ਹਿਰਦੇ ਵਿੱਚ ਹੈ ਸਾਰਿਆਂ ਦੇ ਹੀ, ਪਰ ਕਹਿੰਦੇ ਵਿੱਚ ਹਉਮੈ ਭੀਤ ਕਰਾਰੀ ਹੈ, ਜਿਸ ਕਰਕੇ ਆਨੰਦ ਨਹੀਂ ਲੈ ਸਕਦੇ ਹਨ। ਨਾਨਕ ਤੇਰਾ ਬਾਣੀਆ ਧੰਨ ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਨਾਨਕ ਤੇਰਾ ਬਾਣੀ ਹੈ। ਮਾਲਕ ਵਾਹਿਗੁਰੂ ਜੀ ਅਸੀਂ ਤੇਰੇ ਸੇਵਕ ਹਾਂ। ਤੂੰ ਸਾਹਿਬ ਮੈਂ ਰਾਸ ਮੇਰੇ ਮਾਲਕ ਜੀ ਤੂੰ ਸਾਡਾ ਸਾਹਿਬ ਮਾਲਕ ਹਾਂ, ਤੇ ਇਸ ਪ੍ਰਕਾਰ ਤੂੰ ਹੀ ਸਾਡੀ ਰਾਸ ਪੂੰਜੀ ਹੈ। ਮਨ ਤੇ ਧੋਖਾ ਤਾਂ ਲਹੈ ਮਨ ਤੋਂ ਇਹ ਧੋਖਾ ਤਾਂ ਦੂਰ ਹੋਵੇਗਾ ਜਾਂ ਸਿਫਤ ਕਰੀ ਅਰਦਾਸ ਜਾਂ ਮਹਾਰਾਜ ਤੁਹਾਡੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੀਏ, ਨਾਲ ਦੇ ਨਾਲ ਤੁਹਾਡੀਆਂ ਸਿਫਤਾਂ ਕਰੀਏ, ਤੇ ਮਹਾਰਾਜ ਤਾਂ ਹੀ ਮਨ ਚੋਂ ਧੋਖਾ ਦੂਰ ਹੁੰਦਾ। ਭਾਵ ਕਿ ਵਾਹਿਗੁਰੂ ਤੇਰਾ ਮਿਲਾਪ ਤਾਂ ਹੀ ਹੋ ਸਕਦਾ ਹੈ ਜੇ ਬੇਨਤੀਆਂ ਕਰੀਏ, ਇਸੇ ਤਰੀਕੇ ਨਾਲ ਤੇਰਾ ਜਸ ਕਰੀਏ ਮਹਾਰਾਜ, ਬੇਨਤੀਆਂ ਅਰਦਾਸਾਂ ਕਰੀਏ ਤੇ ਤੇਰੀਆਂ ਸਿਫਤਾਂ ਜਸ ਕਰੀਏ। ਦੋਹਰਾ ਅਗਰਜ ਸ੍ਰੀ ਨਾਨਕ ਤਬੈ ਧੰਨ ਸਾਹਿਬ ਗੁਰੂ ਨਾਨਕ ਮਹਾਰਾਜ ਦੇ ਅੱਗੇ ਉਸ ਵੇਲੇ ਧਰ ਕਰ ਮਦਰ ਆਹਾਰ ਮਾਤਾ ਜੀ ਨੇ ਮਿੱਠਾ ਭੋਜਨ ਸਤਿਗੁਰਾਂ ਦੇ ਸਨਮੁਖ ਰੱਖਿਆ ਹੈ। ਆਹੋ ਤਾਤ ਮਾਤਾ ਕਹੈ ਤੋ ਮਾਤਾ ਜੀ ਕਹਿਣ ਲੱਗੇ ਪੁੱਤਰ ਲੈ ਤੂੰ ਭੋਜਨ ਛਕ, ਮੈਂ ਸੋਹਣਾ ਲਿਆਂਦਾ ਤੇਰੇ ਵਾਸਤੇ। ਹੋਵੈ ਮੁਝ ਹਰਖ ਅਪਾਰ ਮੈਨੂੰ ਬਹੁਤ ਭਾਰੀ ਖੁਸ਼ੀ ਹੋਵੇਗੀ ਤੁਸੀਂ ਇਸ ਪ੍ਰਕਾਰ ਭੋਜਨ ਛਕੋ। ਚਉਪਈ ਸੁਨ ਸ੍ਰੀ ਨਾਨਕ ਬਚਨ ਉਚਾਰੇ ਸੁਣ ਕਰਕੇ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਚਨ ਉਚਾਰਨਾ ਕੀਤੇ। ਫਿਰ ਨਿਤ ਤ੍ਰਿਪਤਿਓ ਨਹਿ ਭੂਖ ਹਮਾਰੇ ਮਾਤਾ ਕਹਿੰਦੇ ਮਾਤਾ ਜੀ ਅਸੀਂ ਨਿਤ ਰੱਜੇ ਹੀ ਹੋਏ ਆ, ਸਾਨੂੰ ਭੁੱਖ ਹੀ ਨਹੀਂ ਹੈ ਇਹਨਾਂ ਭੋਜਨਾਂ ਦੀ। ਇੱਕ ਵਾਰ ਅਸ ਭੋਜਨ ਕੀਨਾ ਅਸੀਂ ਤਾਂ ਇੱਕੋ ਵਾਰ ਇਹੋ ਜਿਹਾ ਸੁੰਦਰ ਭੋਜਨ ਛਕਿਆ ਹੈ, ਬਹੁਰ ਨਾ ਸ਼ੁਦਾ ਦੇਹ ਮਹਿ ਚੀਨਾ ਤੇ ਮੁੜ ਕੇ ਅਸੀਂ ਆਪਣੇ ਸਰੀਰ ਵਿੱਚ ਕਦੇ ਵੀ ਭੁੱਖ ਨਹੀਂ ਦੇਖੀ ਹੈ, ਸਾਨੂੰ ਕਦੇ ਭੁੱਖ ਨਹੀਂ ਫਿਰ ਲੱਗੀ ਹੈ। ਤਬ ਕਾਲੂ ਨੇ ਬਚਨ ਉਚਾਰੇ ਤਾਂ ਸਤਿਗੁਰਾਂ ਦੇ ਪਿਤਾ ਜੀ ਨੇ ਬਚਨ ਕੀਤੇ, ਕਹਿਣ ਲੱਗੇ ਕਿਆ ਖਾਇਓ ਨਹਿ ਭੂਖ ਤੁਮਾਰੇ ਕਹਿੰਦੇ ਵੀ ਕੀ ਇਹੋ ਜਿਹਾ ਤੁਸੀਂ ਛਕ ਲਿਆ ਜਿਸ ਕਰਕੇ ਤੁਹਾਨੂੰ ਭੁੱਖ ਨਹੀਂ ਹੈ। ਕੋ ਭੋਜਨ ਕਰ ਤ੍ਰਿਪਤੀ ਤੁਮੈ ਕਿਹੜਾ ਭੋਜਨ ਤੁਸੀਂ ਛਕਿਆ ਜਿਹਦੇ ਨਾਲ ਕਿ ਤੁਸੀਂ ਤ੍ਰਿਪਤ ਹੋ, ਰੱਜੇ ਹੋਏ ਹੋ। ਸਰਬ ਸੁਨਾਵਹੁ ਸੋ ਕਹੋ ਹਮੈ ਤੋ ਸਾਰਾ ਸਾਨੂੰ ਕਹਿ ਕਰਕੇ ਸੁਣਾਓ, ਸਾਨੂੰ ਦੱਸੋ ਜੀ। ਹਮ ਆਹਾਰ ਆਨਿਓ ਨਹਿ ਖਾਏ ਤੇ ਅਸੀਂ ਭੋਜਨ ਲਿਆਂਦਾ ਤੁਸੀਂ ਛਕਦੇ ਨਹੀਂ, ਕੀ ਤੁਸੀਂ ਖਾਧਾ ਹੈ ਇਹੋ ਜਿਹਾ। ਉਚਰ ਸੁਨਾਵਹੁ ਰਹਿ ਤ੍ਰਿਪਤਾਏ ਤੇ ਸਾਨੂੰ ਉਚਾਰ ਕੇ ਦੱਸੋ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਸੀਂ ਰੱਜੇ ਹੀ ਰਹਿੰਦੇ ਆ, ਪਰ ਕਾਹਦੇ ਨਾਲ ਰੱਜੇ ਤੁਸੀਂ। ਕੋ ਵਿਪਰੀਤ ਹਿਰਦੇ ਮਹਿ ਠਾਨੀ ਤਾਂ ਸਾਨੂੰ ਲੱਗਦਾ ਤੁਸੀਂ ਕੋਈ ਉਲਟੀ ਹੀ ਰੀਤੀ ਕੋ ਧਾਰੀ ਆ ਮਨ ਵਿੱਚ, ਸਾਨੂੰ ਸਮਝਾ ਤਾਂ ਦਿਓ। ਸੁਨ ਸ੍ਰੀ ਨਾਨਕ ਬੋਲੇ ਬਾਣੀ ਧੰਨ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਫਿਰ ਬਾਣੀ ਬੋਲੇ, ਹਜੂਰ ਬਚਨ ਉਚਾਰੇ ਹਨ। ਸ੍ਰੀ ਰਾਗ ਮਹੱਲਾ ਪਹਿਲਾ ਫਿਰ ਦੂਜਾ ਸ਼ਬਦ ਉੱਥੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ ਰੱਬੀ ਬਾਣੀ ਦਾ। ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਉਚਾਰਨ ਕਰਦੇ ਹਨ। ਸਭ ਰਸ ਮਿੱਠੇ ਮੰਨੈ ਉਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਦੇਖੋ ਪਿਤਾ ਜੀ ਮਾਤਾ ਜੀ ਸਭ ਰਸ ਮਿੱਠੇ ਮੰਨਿਆ। ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਮੰਨਣ ਕਰੀਏ ਸਾਰੇ ਮਿੱਠੇ ਸਵਾਦ ਆ ਜਾਂਦੇ ਨੇ। ਸਾਧ ਸੰਗ ਇਹ ਗੁਰੂ ਸਾਹਿਬ ਦੇ ਬਚਨ ਸੱਤ ਨੇ, ਜਿਹੜੇ ਜਿਹੜੇ ਨਿਤਨੇਮੀ ਅਭਿਆਸੀ ਗੁਰਸਿੱਖ ਨੇ ਪਰਮੇਸ਼ਵਰ ਦਾ ਨਾਮ ਗੁਰੂ ਤੋਂ ਪੰਜ ਪਿਆਰਿਆਂ ਤੋਂ ਸੁਣ ਕੇ ਮੰਨ ਕੇ ਜਿਹੜੇ ਅਭਿਆਸ ਕਰਦੇ ਨੇ ਉਹ ਦੱਸਦੇ ਨੇ ਕਿ ਇਹੋ ਜਿਹਾ ਮੂੰਹ ਦੇ ਵਿੱਚ ਮਿੱਠਾ ਸਵਾਦ ਹੈ ਜਿਹੜਾ ਕੋਈ ਹੋਰ ਮਿੱਠਾ ਹੈ ਹੀ ਨਹੀਂ। ਸਭ ਰਸ ਮਿੱਠੇ ਮੰਨਿਆ। ਨਾਮ ਦਾ ਮੰਨਣ ਕਰਨ ਦੇ ਨਾਲ ਸੋ ਕਹਿੰਦੇ ਮੁਖ ਦਾ ਮਿੱਠਾ ਸਵਾਦ, ਸੋ ਕਹਿੰਦੇ ਇਹ ਮਿੱਠਾ ਰਸ ਆਉਂਦਾ ਹੈ। ਸੁਣੈ ਸਾ ਲੋਣੇ ਤੇ ਜਦੋਂ ਮਾਲਕ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਸਰਵਣ ਕਰੀਏ
ਤਾਂ ਕਹਿੰਦੇ ਜਿਹੜੇ ਲੂਣ ਵਾਲੇ ਸਵਾਦ ਨੇ ਨਾ ਸਾਰੇ, ਉਹ ਸਾਰੇ ਪ੍ਰਾਪਤ ਹੋ ਜਾਂਦੇ ਹਨ। ਖਟ ਤੁਰਸੀ ਮੁਖ ਬੋਲਣਾ, ਤੇ ਜਦੋਂ ਕਹਿੰਦੇ ਪਹਿਲੇ ਸੁਣਿਆ ਤੇ ਮੰਨਿਆ, ਤੇ ਜਦੋਂ ਰੱਬ ਦਾ ਨਾਮ ਮੁਖ ਤੋਂ ਬੋਲੀਏ, ਤੇ ਜਿਹੜੇ ਖਟ ਤੁਰਸੀ ਖੱਟ ਮਿੱਠੇ ਸਵਾਦ ਨੇ, ਤੁਰਸ਼ ਖੱਟੇ ਖੱਟੇ ਮਿੱਠੇ ਸਵਾਦ ਜਿਹੜੇ ਉਹ ਪ੍ਰਾਪਤ ਹੁੰਦੇ ਹਨ। ਮਾਰਣ ਨਾਦ ਕੀਏ, ਤੇ ਜਦੋਂ ਕਿਤੇ ਨਾਦ ਸ਼ਬਦ ਉਚਾਰੀਏ, ਕਿਤੇ ਬਾਜੇ ਵਜਾ ਕਰਕੇ ਗਾਈਏ ਨਾ, ਤਾਂ ਕਹਿੰਦੇ ਮਾਰਨ ਸਾਰੇ ਮਸਾਲੇਦਾਰ ਸਵਾਦ ਆ ਜਾਂਦੇ ਉਹਦੇ ਵਿੱਚ। ਛਤੀਹ ਅੰਮ੍ਰਿਤ ਭਾਉ ਏਕ, ਜੇ ਅਗਰ ਕਹਿੰਦੇ ਨਾ ਇੱਕੋ ਹੀ ਪਰਮੇਸ਼ਵਰ ਦੇ ਚਰਨਾਂ ਵਿੱਚ ਭਾਉ ਪ੍ਰੇਮ ਜਾਗ ਪਵੇ, 36 ਪ੍ਰਕਾਰ ਦੇ ਅੰਮ੍ਰਿਤ ਭੋਜਨਾਂ ਦੇ ਸਵਾਦ ਆ ਜਾਂਦੇ ਹਨ। ਜਾ ਕਉ ਨਦਰ ਕਰੇ, ਜਿਨ੍ਹਾਂ ਤੇ ਮੇਰਾ ਮਾਲਕ ਮਿਹਰ ਦੀ ਨਿਗਾਹ ਕਰ ਦਵੇ ਨਾ, 36 ਪ੍ਰਕਾਰ ਦੇ ਸੋ ਅੰਮ੍ਰਿਤ ਰੂਪ ਭੋਜਨਾਂ ਦੇ ਸਵਾਦ ਉਸ ਨੂੰ ਪ੍ਰਾਪਤ ਹੋ ਜਾਂਦੇ ਹਨ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਇਸ ਲਈ ਬਾਬਾ ਸਤਿਕਾਰਯੋਗ ਪਿਤਾ ਜੀ ਉੱਤਮ ਅਧਿਕਾਰੀ ਤਾਂ ਹੀ ਕਹਿੰਦੇ ਹਨ ਕਿ ਬਾਕੀ ਇਸ ਤੋਂ ਇਲਾਵਾ ਜਿਹੜਾ ਹੋਰ ਕੁਝ ਖਾਣਾ ਨਾ ਸਵਾਦਾਂ ਦਾ, ਸੋ ਇਸ ਪ੍ਰਕਾਰ ਸਾਰਾ ਖੁਆਰੀ ਹੀ ਕਰਦਾ ਹੈ। ਜਿਤ ਖਾਧੈ ਤਨ ਪੀੜੀਐ, ਜਿਸ ਨੂੰ ਖਾਣ ਦੇ ਨਾਲ ਤਨ ਸਰੀਰ ਵਿੱਚ ਪੀੜਾ ਹੁੰਦੀ, ਸਰੀਰ ਪੀੜਿਆ ਜਾਂਦਾ, ਦੁਖੀ ਹੁੰਦਾ ਹੈ। ਮਨ ਮਹਿ ਚੱਲਹਿ ਵਿਕਾਰ, ਤੇ ਮਨ ਵਿੱਚ ਵੀ ਮਾੜੇ ਖਿਆਲ ਤੇ ਮਾੜੇ ਵਿਗਾੜ ਵਾਲੇ ਖਿਆਲ ਚੱਲਦੇ, ਵਿਕਾਰ ਚੱਲਦੇ ਹਨ ਜੋ ਖਾਣ ਦੇ ਨਾਲ। ਕਹਿੰਦੇ ਨੇ ਉਹਨਾਂ ਨੂੰ ਨਹੀਂ ਖਾਣਾ ਚਾਹੀਦਾ। ਇਹ ਪਰਮੇਸ਼ਵਰ ਦੇ ਨਾਮ ਨੂੰ ਹੀ ਇਸ ਪ੍ਰਕਾਰ ਸੁਣਨਾ ਹੈ, ਮੰਨਣਾ ਹੈ ਤੇ ਬੋਲਣਾ ਹੈ, ਤੇ ਵਾਹਿਗੁਰੂ ਦੀ ਮਿਹਰ ਦੀ ਪਾਤਰ ਬਣਨਾ ਹੈ। ਸਾਰੇ ਸਵਾਦ ਸਾਨੂੰ ਆ ਗਏ ਹਨ। ਰਹਾਉ ਵਿਸ਼ਰਾਮ ਦੇ ਕੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਇੱਕ ਪਦ ਸ਼ਬਦ ਦਾ ਉਚਾਰਨ ਕੀਤਾ ਇੱਥੇ। ਚਉਪਈ ਅਸ ਕਹਿ ਸ੍ਰੀ ਗੁਰ ਤੂਸਨ ਠਾਨੀ, ਇਉਂ ਕਹਿ ਕੇ ਮੇਰੇ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਚੁੱਪ ਹੋ ਗਏ। ਪੁਨ ਤ੍ਰਿਪਤਾ ਪਿਖ ਬੋਲੀ ਬਾਣੀ, ਫਿਰ ਮਾਤਾ ਤ੍ਰਿਪਤਾ ਜੀ ਦੇਖ ਕਰਕੇ ਫਿਰ ਬਚਨ ਬੋਲਿਆ, ਕਹਿੰਦੇ ਹਨ ਵੇਖ ਫਕੀਰੀ ਅਬ ਸੁਤ ਤਜੀਏ, ਪੁੱਤਰ ਦੇਖ ਹੁਣ ਤੂੰ ਫਕੀਰ ਪੁਣਾ ਛੱਡ ਦੇ, ਬਥੇਰਾ ਫਕੀਰ ਬਣ ਕੇ ਦੇਖ ਲਿਆ। ਨੀਕੇ ਬਸਤਰ ਪਹਿਰ ਤਨ ਸਜੀਏ, ਸੋਹਣੇ ਬਸਤਰ ਪਾਓ, ਛਰਦੇ ਪੁੱਜਦੇ ਘਰ ਦੇ ਬੱਚੇ ਹੋ ਤੁਸੀਂ, ਸੋਹਣੇ ਸੋਹਣੇ ਬਸਤਰ ਗਲ 'ਚ ਪਾਓ, ਮਾਤਾ ਨੂੰ ਚਾਹ ਹੁੰਦਾ ਹੈ। ਨਾਹੀ ਸੋਹਤ ਇਹ ਤੁਜ ਤਾਈ, ਇਹੋ ਜਿਹੇ ਕੱਪੜੇ ਪਾਉਣੇ ਤੁਹਾਨੂੰ ਚੰਗੇ ਨਹੀਂ ਲੱਗਦੇ। ਮਨ ਹੋ ਕਹਿਓ ਮਾਤ ਬਲ ਜਾਈ, ਤੇ ਇਸ ਪ੍ਰਕਾਰ ਮਾਤਾ ਬਲਹਾਰ ਜਾਵੇ, ਪੁੱਤਰ ਮੇਰੀ ਗੱਲ ਮੰਨੋ ਤੇ ਸੋਹਣੇ ਬਸਤਰ ਧਾਰੋ ਤੁਸੀਂ ਸਰੀਰ ਤੇ। ਸੰਤ ਸੁਭਾਏ ਤੁਮਾਰ ਸਦੀਵਾ, ਅਸੀਂ ਪਤਾ ਹੈ ਸਾਨੂੰ ਤੁਹਾਡਾ ਸਦਾ ਹੀ ਸੰਤਾਂ ਵਾਲਾ ਸੁਭਾਅ ਹੈ। ਜਨ ਵਡਿਆਈ ਕੇ ਭਲ ਸੀਵਾ, ਤੇ ਅਸੀਂ ਤਾਂ ਜਾਣਦੇ ਹਾਂ ਵੀ ਜਿੰਨੇ ਵੀ ਭਲੇ ਕੰਮ ਨੇ ਸਾਰਿਆਂ ਦੀ ਹੱਦ ਹੋ ਤੁਸੀਂ, ਸਾਰੇ ਭਲੇ ਚੰਗੇ ਕੰਮ, ਨੇਕ ਕੰਮਾਂ ਦੇ ਮਾਲਕ ਹੋ ਤੁਸੀਂ। ਗੁਰੂ ਕਹੈ ਨੀਕੇ ਪਟ ਧਾਰੇ, ਮਹਾਰਾਜ ਕਹਿੰਦੇ ਮਾਤਾ ਜੀ ਅਸੀਂ ਬਹੁਤ ਸੋਹਣੇ ਵਸਤਰ ਧਾਰਨ ਕੀਤੇ ਹੋਏ ਹਨ। ਜਾਏ ਨਾ ਕਬਹੂ ਰਹਿ ਸੰਗਾਰੇ, ਤੇ ਪਰ ਇਹੋ ਜਿਹੇ ਵਸਤਰ ਪਾਏ ਨੇ ਕਦੇ ਸਾਥ ਨਹੀਂ ਛੱਡਦੇ, ਜਾਂਦੇ ਨਹੀਂ ਕਿਤੇ, ਕੋਲ ਹੀ ਰਹਿੰਦੇ ਸਾਡੇ। ਹੋਵੇ ਨਾ ਪੁਰਾਤਨ ਸਦਾ ਨਵੀਨੇ, ਸਦਾ ਹੀ ਨਵੇਂ ਰਹਿੰਦੇ ਨੇ, ਕਦੇ ਪੁਰਾਣੇ ਹੁੰਦੇ ਨਹੀਂ ਹਨ। ਅਪਰ ਨਾ ਪਹਿਰਨ ਕੋ ਮਨ ਕੀਨੇ, ਇਸ ਪ੍ਰਕਾਰ ਹੋਰ ਕੋਈ ਪਹਿਰਨ ਦਾ ਸਾਡਾ ਚਿੱਤ ਹੀ ਨਹੀਂ ਹੈ, ਕਿਉਂਕਿ ਬਹੁਤ ਸੋਹਣੇ ਵਸਤਰ ਪਾਏ ਅਸੀਂ। ਕਾਲੂ ਕਹੈ ਕਹਾਂ ਤਨ ਧਾਰੇ, ਤੇ ਪਿਤਾ ਜੀ ਕਹਿੰਦੇ ਹਨ ਵੀ ਕਿਹੜੇ ਸਰੀਰ ਤੇ ਚੰਗੇ ਵਸਤਰ ਧਾਰਨ ਕੀਤੇ, ਸਾਨੂੰ ਤਾਂ ਦੀਦੇ ਨਹੀਂ ਹਨ। ਹਮਨੇ ਤੋ ਕਬ ਨਹੀਂ ਨਿਹਾਰੇ, ਅਸੀਂ ਤਾਂ ਕਦੀ ਦੇਖੇ ਨਹੀਂ ਤੁਹਾਡੇ ਗਲ ਵਿੱਚ ਪਾਏ ਜਿਹੜੇ ਚੰਗੇ ਵਸਤਰ ਤੁਸੀਂ ਕਹਿੰਦੇ ਹੋ। ਜੇ ਪਹਿਰੋ ਤੋ ਉਪਰ ਹੋਏ, ਤੇ ਜੇ ਪਹਿਰੇ ਹੋਣ ਤੇ ਤੁਹਾਡੇ ਸਰੀਰ ਤੇ ਹੋਣ ਨਾ, ਤੇ ਸਾਨੂੰ ਦਿਸਣ ਪਤਾ ਲੱਗੇ ਤੁਸੀਂ ਵਸਤਰ ਧਾਰਨ ਕੀਤੇ ਹੋਏ ਆ। ਜਿਨਹਿ ਬਲੋਕ ਲੈ ਸਭ ਕੋਏ, ਤੇ ਜਿਹਨਾਂ ਨੂੰ ਸਭ ਕੋਈ ਦੇਖ ਲੈਣ ਤੇ ਪਤਾ ਲੱਗ ਜਾਏ। ਗਿਰਾ ਪਿਤਾ ਕੀ ਸੁਨ ਗੁਣ ਐਨਾ, ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਨੇ ਪਿਤਾ ਜੀ ਦੇ ਬਚਨ ਸੁਣੇ ਜਦੋਂ, ਸਮਝਾਵਨ ਹਿਤ ਉਚਰੇ ਬੈਨਾ, ਤੇ ਸਮਝਾਉਣ ਵਾਸਤੇ ਸੋਹਣੇ ਬਚਨ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਧੁਰ ਕੀ ਬਾਣੀ ਦੇ ਉਚਾਰੇ ਹਨ। ਪਹਿਰਨ ਕੀ ਸਭ ਰੀਤ ਬਤਾਈ, ਤੇ ਫਿਰ ਉਹਨਾਂ ਵਸਤਰਾਂ ਨੂੰ ਪਹਿਰਨਾ ਜਿੱਦਾਂ ਧਾਰਨ ਕਰਨਾ ਹੈ, ਉਹਨਾਂ ਦੀ ਮਰਿਆਦਾ ਵੀ ਨਾਲ ਦੱਸੀ ਹੈ। ਜਿਹ ਕਰ ਮਨਜ ਪਰਮ ਗਤ ਪਾਈ, ਜਿਹਨਾਂ ਨੂੰ ਧਾਰਨ ਕਰਕੇ ਮਨਜ ਮਨੁੱਖ ਜਿਹੜਾ ਹੈ ਪਰਮ ਗਤੀ ਨੂੰ, ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਰੱਤਾ ਪਹਿਨਣ ਮਨ ਰੱਤਾ, ਹਜੂਰ ਕਹਿੰਦੇ ਦੇਖੋ ਮਾਤਾ ਜੀ ਪਿਤਾ ਜੀ, ਜਿਹੜਾ ਮਨ ਨੂੰ ਨਾਮ ਵਿੱਚ ਰੰਗ ਲੈਣਾ ਹੈ, ਇਹੋ ਹੀ ਰੱਤਾ ਲਾਲ ਰੰਗ ਦਾ ਪਹਿਨਣਾ ਹੈ। ਸੋ ਪੇਦੀ ਸਤ ਦਾਨ, ਜਿਹੜਾ ਦਾਨ ਕਰਨਾ ਤੇ ਸਤ ਬੋਲਣਾ ਹੈ,
ਇਹੋ ਹੀ ਚਿੱਟੇ ਰੰਗ ਦੇ ਵਸਤਰ ਧਾਰਨ ਕਰਨੇ ਹਨ। ਨੀਲੀ ਸਿਆਹੀ ਕਦਾ ਕਰਨੀ, ਤੇ ਨੀਲੇ ਵਸਤਰ ਇਹ ਨੇ ਸਿਆਹੀ ਜੋ ਕਾਲਖ ਮਨ ਵਿੱਚੋਂ ਪਾਪਾਂ ਦੀ ਕਦਾ ਕੱਟ ਦੇਣੀ ਹੈ ਸਿਮਰਨ ਕਰਕੇ। ਪਹਿਰਨ ਪੈਰ ਧਿਆਨ, ਤੇ ਪਹਿਰਨਾ ਚੋਲਾ ਪਹਿਰਨਾ ਜਿਹੜਾ ਵਾਹਿਗੁਰੂ ਦਾ ਹਰ ਵੇਲੇ ਧਿਆਨ ਵਿੱਚ ਜੁੜੇ ਰਹਿਣਾ ਹੈ। ਕਮਰ ਬੰਦ ਸੰਤੋਖ ਕਾ, ਤੇ ਸੰਤੋਖ ਦਾ ਅਸੀਂ ਕਮਰ ਕੱਸਾ ਕੀਤਾ ਹੋਇਆ ਹੈ ਇਸ ਪ੍ਰਕਾਰ। ਧਨ ਜੋਬਨ ਤੇਰਾ ਨਾਮ, हे ਮੇਰੇ ਮਾਲਕ ਵਾਹਿਗੁਰੂ ਜੀ, ਇਸ ਪ੍ਰਕਾਰ ਤੇਰਾ ਨਾਮ ਹੀ ਸਾਡਾ ਧਨ ਹੈ ਤੇ ਸਾਡੀ ਜਵਾਨੀ ਵੀ ਤੇਰਾ ਨਾਮ ਹੀ ਹੈ। ਬਾਬਾ ਹੋਰ ਪਹਿਨਨ ਖੁਸ਼ੀ ਖਵਾਰ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇਸ ਤੋਂ ਇਲਾਵਾ ਜਿਹੜਾ ਹੋਰ ਪਹਿਨਣਾ ਧਾਰਨ ਕਰਨਾ ਇਹਨਾਂ ਸ਼ੁਭ ਗੁਣਾਂ ਤੋਂ ਬਿਨਾਂ, ਜਿਤ ਪੈਦੈ ਤਨ ਪੀੜੀਐ, ਜਿਹੜਾ ਇਸ ਪ੍ਰਕਾਰ ਪਹਿਰਨ ਦੇ ਨਾਲ ਸਰੀਰ ਪੀੜਤ ਹੁੰਦਾ ਦੁਖੀ ਹੁੰਦਾ ਹੈ। ਮਨ ਮਹਿ ਚੱਲਹਿ ਵਿਕਾਰ, ਮਨ ਦੇ ਵਿੱਚ ਇਸ ਪ੍ਰਕਾਰ ਵਿਕਾਰ ਚੱਲਦੇ ਜਿਨ੍ਹਾਂ ਨੂੰ ਖਾਣ ਦੇ ਨਾਲ ਮਾੜੇ ਭੋਜਨ ਖਾਣ ਦੇ ਨਾਲ ਉਹਨਾਂ ਦਾ ਤਿਆਗ ਕਰਨਾ ਹੈ। ਇਸ ਤਰੀਕੇ ਦੇ ਨਾਲ ਜਿਹੜਾ ਵਾਹਿਗੁਰੂ ਪਰਮੇਸ਼ਵਰ ਜੀ ਦੇ ਨਾਮ ਦੇ ਵਿੱਚ ਸੁਰਤ ਜੋੜਨੀ, ਪਰਮੇਸ਼ਵਰ ਦਾ ਸਿਮਰਨ ਕਰਨਾ ਹੈ। ਇਹਦੇ ਨਾਲ ਹੀ ਵਸਤਰਾਂ ਦੇ ਇਹਨਾਂ ਦੇ ਧਾਰਨ ਕਰਕੇ ਹੀ ਜਿਹੜੀ ਲੋਕ ਤੇ ਪਰਲੋਕ ਵਿੱਚ ਪੱਤ ਤੇ ਇੱਜ਼ਤ ਬਣਦੀ ਹੈ। ਇਸ ਵਾਸਤੇ ਐਸੇ ਅਸੀਂ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੋਇਆ ਤੇ ਭਾਈ ਸਭਨਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਇਉਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਜਦੋਂ ਤਕਰੀਬਨ 12 ਸਾਲ ਤੋਂ ਬਾਅਦ ਮੇਰੇ ਸਤਿਗੁਰੂ ਜੀ ਸੰਗਤਾਂ ਨੂੰ ਉਤਾਰ ਕਰਕੇ ਸੋ ਭਾਈ ਬਾਲਾ ਜੀ ਦੇ ਪਿਤਾ ਤੇਜਭਾਨ ਦੇ ਖੂਹ ਤੇ ਵਾਪਸ ਨਨਕਾਣਾ ਸਾਹਿਬ ਪੁੱਜੇ ਨੇ। ਮਾਤਾ ਪਿਤਾ ਜੀ ਨੇ ਬੇਨਤੀ ਕਰਨ ਤੋਂ ਹਜੂਰ ਨੇ ਸ਼ਬਦ ਉਚਾਰਨ ਕਰਕੇ ਇਸ ਤਰੀਕੇ ਦੇ ਨਾਲ ਭੋਜਨ ਕਿਹੜਾ ਖਾਂਦੇ ਹਾਂ, ਵਸਤਰ ਕਿਹੜੇ ਧਾਰਨ ਕਰਦੇ ਹਾਂ, ਇਉਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਉਚਾਰਨ ਕੀਤੇ ਨੇ। 2 ਪਦ ਸ਼ਬਦ ਇੱਥੇ ਵਿਚਾਰੇ ਗਏ ਹਨ। ਸਤਿਗੁਰੂ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ, ਸਾਡੇ ਮਨਾਂ ਵਿੱਚ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਧਾਰਨ ਹੋਵੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ ਦੀ ਦਾਤ ਪ੍ਰਾਪਤ ਹੋਵੇ। ਬਾਬਾ ਹੋਰ ਪਹਿਨਣ ਖੁਸ਼ੀ ਖਵਾਰ, ਜਿਤ ਪੈਦੈ ਤਨ ਪੀੜੀਐ, ਮਨ ਮਹਿ ਚੱਲਹਿ ਵਿਕਾਰ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।